ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਅੱਜ ਅਗਸਤ ਦੀ 14 ਤਰੀਕ ਦਾ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਕੁਲਵੰਤ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਬਲਜਿੰਦਰ ਸਿੰਘ ਨਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ ਹੈ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੀਆਂ 21 ਸਟੇਟਾਂ ਤੇ ਡਿਸਟ੍ਰਿਕਟ ਆਫ ਕੋਲੰਬੀਆ ਉਹ ਸੂਹ ਕਰਨ ਜਾ ਰਿਹਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ। ਕਾਰਨ ਕੀ ਆ ਵੀ ਉਹਨਾਂ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ 17 ਮਿਲੀਅਨ ਜਿਹੜੇ ਡਰਾਈਵਰਸ ਆ ਉਹਨਾਂ ਦੇ ਸਾਰੇ ਰੈਕਰਡਸ ਜੋ ਕਮਰਸ਼ੀਅਲ ਡਰਾਈਵਰ ਲਾਇਸੈਂਸ ਇਨਫੋਰਮੇਸ਼ਨ ਸਿਸਟਮ ਉਹ ਸਾਰਾ ਕੁਝ ਇਹਨਾਂ ਸਟੇਟਾਂ ਤੋਂ ਮੰਗਿਆ ਹੈਗਾ। ਪਰ ਇਹ ਜਿਹੜੀਆਂ ਸਟੇਟਸ ਆ ਇਹਨਾਂ ਨੇ ਲਾਸੂਟ ਤਾਂ ਫਾਈਲ ਕੀਤਾ, ਕਹਿੰਦੇ ਵੀ ਇਹ ਪ੍ਰਾਈਵੇਸੀ ਲਾਜ਼ ਤੇ ਦਾ ਵਾਇਲੇਸ਼ਨ ਆ ਤੇ ਫੈਡਰਲ ਓਵਰਰੀਚ ਹੈਗੀ ਆ। ਦੋ ਲਾਸੂਟਸ ਅਗਸਤ 13 ਨੂੰ ਯਾਨੀ ਕਿ ਕੱਲ ਫਾਈਲ ਕੀਤੇ ਗਏ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ। ਜੋ ਡਿਸਟ੍ਰਿਕਟ ਕੋਰਟ ਹੈਗੀ ਆ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ, ਜਿਹਦੇ ਵਿੱਚ ਫੈਡਰਲ ਮੰਗ ਰਿਹਾ ਵੀ CDLIS ਰੈਕਰਡਸ ਜਿਹਦੇ ਵਿੱਚ ਡਰਾਈਵਰ ਦਾ ਨਾਂ ਹੋਵੇ, ਡੇਟ ਆਫ ਬਰਥ ਹੋਵੇ, ਲਾਇਸੈਂਸ ਨੰਬਰ ਹੋਵੇ, ਸੋਸ਼ਲ ਸਿਕਿਉਰਿਟੀ ਨੰਬਰ ਹੋਵੇ, ਇਹ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਦਿੱਤੀ ਜਾਵੇ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਡਾਟਾ ਆ ਇਹ ਪਹਿਲਾਂ ਜੂਨ 25 ਨੂੰ ਮੰਗਿਆ ਸੀ, ਉਹ ਤੋਂ ਬਾਅਦ ਫਿਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਥਰੂ ਵੀ ਮੰਗਿਆ ਸੀ ਉਹਨਾਂ ਨੇ ਜੁਲਾਈ 28 ਨੂੰ। ਫੈਡਰਲ ਏਜੰਸੀਜ਼ ਨੇ ਇਹ ਕਿਹਾ ਆ ਵੀ ਜੇ ਸਾਨੂੰ ਡਾਟਾ ਨਾ ਦਿੱਤਾ ਗਿਆ ਤਾਂ ਉਹ AAMVA ਜਿਹੜੀ ਇੱਕ ਫੈਡਰਲ ਗ੍ਰਾਂਟਸ ਹੁੰਦੀ ਤੇ ਕੰਟਰੈਕਟਸ ਹੁੰਦੇ ਹੈਗੇ ਆ ਉਹ ਕੈਂਸਲ ਕਰ ਦਿੱਤੇ ਜਾਣਗੇ ਅਗਸਤ 17 ਨੂੰ। ਇਸੇ ਕਰਕੇ ਜਿਹੜਾ ਕੱਲ ਲਾਸੂਟਸ ਫਾਈਲ ਕੀਤੇ ਗਏ ਹੈਗੇ ਆ। ਸਟੇਟਸ ਇਹ ਆਰਗੂ ਕਰ ਰਹੀਆਂ ਵੀ ਇਹ ਡਰਾਈਵਰ ਦੀ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਉਹਨਾਂ ਦੀ ਇਹ ਵਾਇਲੇਸ਼ਨ ਆ ਸਟੇਟ ਦੇ ਪ੍ਰਾਈਵੇਸੀ ਲਾਜ਼ ਦੇ ਮੁਤਾਬਕ। ਤੇ ਕਿੰਨਾ ਜਿਹੜਾ ਸੈਂਸਿਟਿਵ ਡਾਟਾ ਹੈ ਕਿੱਥੇ ਕਿੱਥੇ ਜਿਹੜਾ ਯੂਜ਼ ਕੀਤਾ ਜਾਊਗਾ। ਲਾਸੂਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਵੀ ਜਿਹੜਾ ਡਾਟਾ ਡਿਮਾਂਡ ਕੀਤਾ ਗਿਆ ਇਹ ਅਨਲਾਫੁਲ ਆ ਤੇ ਇਹ ਟਰਾਂਸਫਰ ਫੈਡਰਲ ਏਜੰਸੀਜ਼ ਨੂੰ ਹੋਣਾ ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਗ੍ਰਾਂਟਸ ਦਿੱਤੀ ਜਾਂਦੀ ਆ ਜਿਹੜੇ ਕੰਪਲਾਈਂਸ ਕਰ ਰਹੇ ਸਟੇਟਾਂ ਜਾਂ ਡਿਸਟ੍ਰਿਕਟ ਆਫ ਕੋਲੰਬੀਆ ਉਹ ਟਰਮੀਨੇਟ ਨਾ ਕੀਤੀ ਜਾਵੇ। ਸੋ 21 ਸਟੇਟਾਂ 21 ਸਟੇਟ ਅਮਰੀਕਾ ਦੀਆਂ ਤੇ ਡਿਸਟ੍ਰਿਕਟ ਆਫ ਕੋਲੰਬੀਆ ਇਹਨਾਂ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਆਫੀਸ਼ੀਅਲਸ ਨੂੰ, ਅਮਰੀਕਨ ਐਸੋਸੀਏਸ਼ਨ ਆਫ ਮੋਟਰ ਵਹੀਕਲ ਐਡਮਿਨਿਸਟ੍ਰੇਟਰਸ ਇਹ ਜਿਹੜੇ ਇਨੀ ਸਾਰਿਆਂ ਨੇ ਉਹਨਾਂ ਨੂੰ ਸੂਹ ਕੀਤਾ ਆ ਵੀ 17 ਮਿਲੀਅਨ ਡਰਾਈਵਰਸ ਦਾ ਜੋ ਡਾਟਾ ਮੰਗ ਰਹੇ ਆ ਉਹ ਅਸੀਂ ਨਹੀਂ ਦੇਣਾ ਚਾਹੁੰਦੇ। ਜੀ ਅਗਲੀ ਗੱਲ ਕਰੀਏ ਲਿਊਜੀ ਮੈਂਜੀਓਨੀ, ਉਸਨੇ ਜਿਹੜੇ ਉਸ ਉੱਤੇ ਲੱਗੇ ਫੈਡਰਲ ਚਾਰजेस ਆ ਯੂਨਾਈਟਿਡ ਹੈਲਥ ਕੇਅਰ CEO ਦੇ ਕਤਲ ਦੇ ਮਾਮਲੇ ਦੇ ਵਿੱਚ ਉਹਨਾਂ ਦੋਸ਼ਾਂ ਨੂੰ ਜਿਹੜਾ ਗਿਲਟੀ ਪਲੀ ਕਰ ਲਿਆ ਹੈ, ਦੋਸ਼ ਕਬੂਲ ਲਏ ਹੈਗੇ ਆ। 2024 ਦੇ ਵਿੱਚ ਇਸ ਨੇ ਨਿਊਯਾਰਕ ਦੇ ਵਿੱਚ ਇੱਕ ਬਿਲਡਿੰਗ ਦੇ ਬਾਹਰ ਜਿਹੜਾ ਯੂਨਾਈਟਿਡ ਹੈਲਥ ਕੇਅਰ ਦਾ CEO ਸੀ ਉਸ ਨੂੰ ਗੋਲੀ ਦੇ ਨਾਲ ਮਾਰਿਆ ਸੀ। ਉਹਦੀ ਜਿਹੜੀ ਸਰਵੇਲੈਂਸ ਫੁਟੇਜ ਆ ਉਹ ਸਾਰਿਆਂ ਦੇ ਸਾਹਮਣੇ ਸੀ। ਬ੍ਰਾਇਨ ਥਾਮਸਨ ਨਾਂ ਦਾ ਉਹ ਬੰਦਾ ਸੀ। ਨਿਊਯਾਰਕ ਦੀ ਸਟਰੀਟ ਦੇ ਉੱਤੇ ਇਸ ਦਾ ਕਤਲ ਇਸ ਦੁਆਰਾ ਕੀਤਾ ਗਿਆ ਸੀਗਾ। ਇਸ ਨੇ ਜਿਹੜੇ ਫੈਡਰਲ ਸਟਾਕਿੰਗ ਚਾਰजेस ਆ ਉਹਨਾਂ ਨੂੰ ਜਿਹੜੇ ਉਹ ਵਾਲੇ ਦੋਸ਼ ਆ ਉਹਨਾਂ ਨੂੰ ਕਬੂਲ ਲਿਆ ਹੈਗਾ ਆ। 28 ਸਾਲਾ ਲਿਊਜੀ ਮੈਂਜੀਓਨੀ ਉਸ ਟਾਈਮ ਬਹੁਤ ਜ਼ਿਆਦਾ ਫੇਮ ਦੇ ਵਿੱਚ ਜਾਂ ਇਨਫੇਮਸ ਤੌਰ ਦੇ ਨਾਲ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਸੀ ਜਦ ਇਹ ਜਿਹੜਾ ਕਤਲ ਆ ਉਹ ਸਾਹਮਣੇ ਆਇਆ ਸੀਗਾ। ਸੋ ਇਹਨੂੰ ਚਾਰਜ ਇਸ ਯੂਨਾਈਟਿਡ ਹੈਲਥ ਕੇਅਰ CEO ਦੇ ਕਤਲ ਦੇ ਮਾਮਲੇ ਦੇ ਵਿੱਚ ਕੀਤਾ ਆ, ਪਰ ਇਸਨੇ ਜਿਹੜੇ ਸਟਾਕਿੰਗ ਦੇ ਚਾਰजेस ਆ ਉਹਨਾਂ ਨੂੰ
ਜਿਹੜਾ ਉਹ ਮੰਨਿਆ ਹੈਗਾ ਆ। ਬਹੁਤ ਸਾਰੇ ਜਿਹੜੇ ਲੋਕ ਆ, ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਜਾਂ ਹੈਲਥ ਕੇਅਰ ਕੰਪਨੀਆਂ ਆ, ਉਹਨਾਂ ਤੋਂ ਇਸ ਗੱਲੋਂ ਦੁਖੀ ਰਹਿੰਦੇ ਆ ਵੀ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਆ ਜਾਂ ਉਹ ਖੁਦ ਆਪ ਉਹਨਾਂ ਦੀਆਂ ਕੰਡੀਸ਼ਨਸ ਦੇ ਕਰਕੇ ਕਈ ਵਾਰੀ ਕੰਪਨੀਆਂ ਜਿਹੜੀ ਹੈਲਥ ਕੇਅਰ ਆ ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰਦੀ। ਇੰਸ਼ੋਰੈਂਸ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਆ। ਤੇ ਇਸ ਤੋਂ ਬਾਅਦ ਦੇ ਵਿੱਚ ਕਈਆਂ ਦਾ ਜਿਹੜਾ ਗੁੱਸਾ ਆ ਇਸ ਤਰੀਕੇ ਦੇ ਨਾਲ ਕਈ ਸੋਚਦੇ ਰਹਿੰਦੇ ਆ, ਪਰ ਇਸ ਨੇ ਜਿਹੜਾ ਇਹ ਕਤਲ ਨੂੰ ਅੰਜਾਮ ਦੇ ਦਿੱਤਾ ਸੀਗਾ। ਸੋ ਕਹਿੰਦੇ ਵੀ ਇਹਨੇ ਈਮੇਲ ਕੀਤੀ ਸੀਗੀ ਹੈਲਥ ਕੇਅਰ ਨੂੰ ਵੀ ਉਹ ਇੱਛਾ ਰੱਖਦਾ ਆ ਵੀ ਜਿਹੜਾ ਬ੍ਰਾਇਨ ਥਾਮਸਨ ਆ ਉਸ ਨੂੰ ਉਹ ਸ਼ੂਟ ਕਰੇਗਾ। ਇਹ ਆਪਣੀ ਸਟੇਟਮੈਂਟ ਦੇ ਵਿੱਚ ਇਸਨੇ ਕਿਹਾ। ਤੇ ਕਹਿੰਦਾ ਵੀ ਫਿਰ 4 ਦਸੰਬਰ 2024 ਨੂੰ ਮੈਨਹੈਟਨ ਦੇ ਵਿੱਚ ਮਿਸਟਰ ਥਾਮਸਨ ਆ, ਉਸ ਨੂੰ ਮੈਂ ਜਿਹੜਾ ਆ ਉਸ ਦੀ ਬੈਕ ਦੇ ਵਿੱਚ ਗੋਲੀ ਜਿਹੜੀ ਉਹ ਮਾਰੀ। ਇਹਨੇ ਐਡਮਿਟ ਕੀਤਾ ਇਸ ਗਨਮੈਨ ਨੇ, ਲਿਊਜੀ ਮੈਂਜੀਓਨੀ ਨੇ, ਵੀ ਕਹਿੰਦਾ ਵੀ ਮੈਨੂੰ ਪਤਾ ਸੀ ਵੀ ਮੇਰੇ ਐਕਸ਼ਨਸ ਕੀ ਆ, ਅੰਡਰਸਟੂਡ ਮਾਈ ਐਕਸ਼ਨਸ would place be in the fear of death and bodily injury and knew what I was doing was illegal। ਕਹਿੰਦਾ ਮੈਨੂੰ ਪਤਾ ਸੀਗਾ ਵੀ ਇਹ ਐਕਸ਼ਨਸ ਦੇ ਨਾਲ ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਆ, ਤੇ ਮੈਨੂੰ ਪਤਾ ਸੀਗਾ ਵੀ ਜੋ ਇਹ ਕੰਮ ਕਰ ਰਿਹਾ ਲਿਊਜੀ ਮੈਂਜੀਓਨੀ ਕਹਿੰਦਾ ਵੀ ਇਹ ਗੈਰ ਕਾਨੂੰਨੀ ਹੈਗਾ ਆ। ਸੋ ਕਹਿੰਦੇ ਵੀ ਮੈਂਜੀਓਨੀ ਨੇ ਜੱਜ ਨੂੰ ਇਹ ਵੀ ਕਿਹਾ ਵੀ ਮੈਂ ਜਿਹੜਾ ਥਾਮਸਨ ਨੂੰ ਮਾਰਨ ਤੱਕ ਇਸ ਤਰੀਕੇ ਨਾਲ ਪਹੁੰਚਿਆ ਵੀ ਜਿਹੜਾ ਉਹਦਾ ਹੈਲਥ ਕੇਅਰ ਸਿਸਟਮ ਦੇ ਨਾਲ ਐਕਸਪੀਰੀਅੰਸ ਰਿਹਾ ਆ, ਉਹਦੀ ਆਪਣੀ ਬੈਕ ਇੰਜਰੀ ਦੇ ਤੌਰ ਦੇ ਉੱਤੇ ਬਤੌਰ ਪੇਸ਼ੈਂਟ। ਪ੍ਰੋਸੀਕਿਊਟਰਸ ਪਹਿਲਾਂ ਇਹ ਕਹਿੰਦੇ ਸੀਗੇ ਵੀ ਮੈਂਜੀਓਨੀ ਦਾ ਪਰਸਨਲ ਕਨੈਕਸ਼ਨ ਯੂਨਾਈਟਿਡ ਹੈਲਥ ਕੇਅਰ ਦੇ ਨਾਲ ਕੋਈ ਵੀ ਨਹੀਂ ਹੈਗਾ, ਹੀ ਵਾਜ਼ ਨੈਵਰ ਏ ਕਸਟਮਰ। ਪਰ ਇਸਨੇ ਜਿਹੜੇ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਕਲੀਅਰ ਕੀਤਾ ਵੀ ਇਸ ਨੂੰ ਸੱਟ ਜਿਹੜੀ ਬੈਕ ਇੰਜਰੀ ਲੱਗੀ ਸੀ, ਤੇ ਉਹ ਖਾਸਾ ਜਿਹੜਾ ਉਹ ਨਾਰਾਜ਼ ਸੀਗਾ ਵੀ ਜਿਸ ਤਰੀਕੇ ਦੇ ਨਾਲ ਇਹ ਹੈਲਥ ਕੇਅਰ ਸਿਸਟਮ ਨੇ ਯੂਨਾਈਟਿਡ ਕੇਅਰ ਦੇ ਜਿਹੜੇ CEO ਆ ਵੀ ਯੂਨਾਈਟਿਡ ਕੇਅਰ ਨੇ ਬੇਸਿਕਲੀ ਉਸ ਨੂੰ ਟਰੀਟ ਕੀਤਾ ਆ, ਤੇ ਉਹਦਾ ਬਦਲਾ ਜਿਹੜਾ ਇਸ ਤਰੀਕੇ ਦੇ ਨਾਲ ਲਿਆ ਆ। ਲਿਊਜੀ ਮੈਂਜੀਓਨੀ ਨੂੰ ਮੈਕਸਿਮਮ ਜਿਹੜੀ ਸੈਂਟੈਂਸ ਆ ਲਾਈਫ ਇਨ ਪ੍ਰਿਜ਼ਨ ਹੋਊਗੀ, ਤੇ ਜਿਹੜੇ ਪ੍ਰੋਸੀਕਿਊਟਰਸ ਆ ਉਹ ਸੁਜੈਸਟ ਕਰ ਰਹੇ ਆ ਵੀ 24 ਤੋਂ 30 ਸਾਲ ਦੀ ਜਿਹੜੀ ਸਜ਼ਾ ਆ ਇਸ ਨੂੰ ਹੋਵੇ। ਕਹਿੰਦੇ ਵੀ ਇੱਕ ਸੈਪਰੇਟ ਹੀਅਰਿੰਗ ਦੇ ਵਿੱਚ ਜੋ ਕਿ 18 ਦਸੰਬਰ ਨੂੰ ਹੋਣੀ ਆ, ਉਸ ਦੇ ਵਿੱਚ ਜਿਹੜਾ ਫਾਈਨਲ ਸੈਂਟੈਂਸ ਆ ਜਿਹੜੇ ਜੱਜ ਆ ਉਹ ਆਪਣੇ ਹਿਸਾਬ ਦੇ ਨਾਲ ਉਹਨਾਂ ਦੀ ਫੁੱਲ ਡਿਸਕ੍ਰੈਸ਼ਨ ਦੇ ਹਿਸਾਬ ਦੇ ਨਾਲ ਉਹ ਫੈਸਲਾ ਜਿਹੜਾ ਉਹ ਲੈਣਗੇ। ਇਹਦੀ ਜਿਹੜੀ ਫੈਡਰਲ ਕੋਰਟ ਦੀ ਗਿਲਟੀ ਪਲੀ ਆ, ਕਹਿੰਦੇ ਵੀ ਇਹਦੇ ਨਾਲ ਡਬਲ ਜੈਪਰਡੀ ਫਾਈਟ ਸਟੇਟ ਕੋਰਟ ਦੇ ਵਿੱਚ ਵੀ ਸ਼ੁਰੂ ਜਿਹੜੀ ਹੋ ਜਾਊਗੀ। ਇਹਦੇ ਨਾਲ ਇਹ ਆ ਵੀ ਜਿਹੜੇ ਮਰਡਰ ਚਾਰजेस ਤੇ ਪੋਸੀਬਲ ਲਾਈਫ ਇਨ ਪ੍ਰਿਜ਼ਨ ਆ, ਉੱਥੇ ਵੀ ਜਿਹੜੇ ਚਾਰजेस ਸਟੇਟ ਪੱਧਰ ਦੇ ਉੱਤੇ ਵੀ ਲੱਗੇ ਹੋਏ ਹੈਗੇ ਆ। ਮੈਂਜੀਓਨੀ ਦਾ ਜਿਹੜਾ ਡਿਫੈਂਸ ਆ ਇਸੇ ਚੀਜ਼ ਦੇ ਤੇ ਆਰਗੂਮੈਂਟ ਦੇ ਉੱਤੇ ਬਣਿਆ ਪਿਆ ਹੈਗਾ ਆ ਵੀ ਇਹ ਜਿਹੜਾ ਕੰਡਕਟ ਆ ਤੇ ਜਿਹੜੀਆਂ ਪ੍ਰੋਸੀਡਿੰਗ ਆ ਸਟੇਟ ਟ੍ਰਾਇਲ ਦੇ ਵਿੱਚ ਵੀ ਇਹ ਲੀਗਲ ਵਾਇਓਲੇਸ਼ਨ ਦੇ ਤੌਰ ਦੇ ਉੱਤੇ ਆ ਜਾਣ। ਸੋ ਗਿਲਟੀ ਪਲੀ ਜਿਹੜਾ ਇਸਨੇ ਕਰ ਲਿਆ। ਮੈਂਜੀਓਨੀ ਦਾ ਜਿਹੜਾ ਲਾਇਰ ਆ ਕੈਰਨ ਫਰੀਡਮੈਨ ਅਨਿਗਫਿਲੋ, ਉਹਨੇ ਕਿਹਾ ਵੀ ਅਸੀਂ ਆਪਣਾ ਜਿਹੜਾ ਮੋਸ਼ਨ ਆ ਉਹ ਫਾਈਲ ਕਰ ਦਿੱਤਾ ਸਟੇਟ ਕੋਰਟ ਦੇ ਵਿੱਚ ਵੀ ਜਿਹੜੇ ਸਟੇਟ ਦੇ ਚਾਰजेस ਆ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਜਾਵੇ। ਨਿਊਯਾਰਕ ਦੇ ਜਿਹੜੇ ਡਬਲ ਜੈਪਰਡੀ ਪ੍ਰੋਟੈਕਸ਼ਨਸ ਆ ਉਸ ਦੇ ਜਿਹੜੇ ਉਹ ਤਹਿਤ ਵੀ ਇੱਕ ਜਿਹੜੇ ਜੁਰਮ ਦੇ ਲਈ ਦੋਹਰੀ ਸਜ਼ਾ ਜਿਹੜੀ ਆ ਉਹ ਨਾ ਹੋਵੇ। ਸੋ ਉਸ ਚੀਜ਼ ਦਾ ਜਿਹੜਾ ਟੈਕਨੀਕੈਲਿਟੀ ਦਾ ਸਹਾਰਾ ਲੈਂਦੇ ਹੋਏ ਇਹਨੇ ਫੈਡਰਲ ਜਿਹੜੇ ਚਾਰजेस ਆ ਉਹਨਾਂ ਨੂੰ ਅਸੈਪਟ ਕਰ ਲਿਆ, ਗਿਲਟੀ ਪਲੀ ਕਰ ਲਿਆ ਆ, ਤੇ ਜਿਹੜੇ ਸਟੇਟ ਦੇ ਜਿਹੜੇ ਚਾਰजेस ਆ ਉਹਨਾਂ ਤੋਂ ਇਹ ਫਰਗ ਹੋਣ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਦੇ ਵਿੱਚ ਹੈਗਾ ਆ। ਕਹਿੰਦੇ ਵੀ ਇਹ ਜਿਹੜੀ ਫਾਈਟ ਆ ਉਹਦੀ ਜਿਹੜੀ ਪ੍ਰੋਸੀਡਿੰਗਸ ਆ ਨਿਊਯਾਰਕ ਸੁਪਰੀਮ ਕੋਰਟ ਤੱਕ ਵੀ ਜਿਹੜੀ ਉਹ ਜਾਊਗੀ, ਤੇ ਜਿੱਥੇ ਕਹਿੰਦੇ ਵੀ ਇਸਨੇ ਟ੍ਰਾਇਲ ਦਾ ਸਾਹਮਣਾ ਕਰਨਾ ਆ 8 ਸਤੰਬਰ ਨੂੰ ਅਗਲੇ ਮਹੀਨੇ ਦੇ ਵਿੱਚ। ਪਰ ਇਹ ਆ ਵੀ ਯੂਨਾਈਟਿਡ ਹੈਲਥ ਕੇਅਰ ਦੇ CEO ਬ੍ਰਾਇਨ ਥਾਮਸਨ ਨੂੰ ਲੈ ਕੇ ਜਿਹੜਾ ਲਿਊਜੀ ਮੈਂਜੀਓਨੀ ਆ ਉਸਨੇ ਆਪਣੇ ਜਿਹੜੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈਗਾ। ਵਰਲਡ ਵਾਰ 2 ਮੈਮੋਰੀਅਲ ਦਾ ਵੈਂਡਲਿਜ਼ਮ ਕੀਤਾ ਗਿਆ ਵਾਸ਼ਿੰਗਟਨ ਦੇ ਵਿੱਚ, ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਹੀ ਆ, ਤੇ ਉਸ ਦੇ ਸਬੰਧ ਦੇ ਵਿੱਚ ਇੱਕ ਜਣੇ ਨੂੰ ਅਰੈਸਟ ਵੀ ਕਰ ਲਿਆ ਗਿਆ ਹੈਗਾ। ਦ ਵਰਲਡ ਵਾਰ 2 ਮੈਮੋਰੀਅਲ ਜੋ ਨੈਸ਼ਨਲ ਮਾਲ ਵਾਸ਼ਿੰਗਟਨ DC ਦੇ ਵਿੱਚ ਹੈਗਾ, ਉੱਥੇ ਇੱਕ ਮਲੀਸਾ ਐਲ ਫੈਰਸ ਨਾਮ ਦੀ ਬੀਬੀ ਨੇ ਉਸ ਦਾ ਵੈਂਡਲਿਜ਼ਮ ਕੀਤਾ, ਤੇ ਹੁਣ ਜੋ US ਦੇ ਡਿਸਟ੍ਰਿਕਟ ਅਟਾਰਨੀ ਆ ਵਾਸ਼ਿੰਗਟਨ DC ਦੇ ਪਾਇਰੋ,
ਉਹਨਾਂ ਨੇ ਇਹ ਕਿਹਾ ਹੈਗਾ ਐਕਸ ਦੇ ਉੱਤੇ ਅਸੀਂ ਫੈਲਨੀ ਚਾਰजेस ਮਲੀਸਾ ਐਲ ਫੈਰਿਸ ਦੇ ਅਗੇਂਸਟ ਲਾਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਕਲੀਅਰ ਆ ਵੀ ਫੈਰਿਸ ਨੂੰ ਅਰੇਨ ਕੀਤਾ ਜਾਊਗਾ ਕਿ ਨਹੀਂ। ਪਬਲਿਕ ਡਿਫੈਂਡਰ ਆਫਿਸ ਨੇ ਕਿਹਾ ਵੀ ਹਜੇ ਉਹ ਲਿਸਟ ਨਹੀਂ ਕੀਤੀ ਗਈ ਸਿਸਟਮ ਦੇ ਵਿੱਚ ਤੇ ਉਹਨੂੰ ਜਿਹੜਾ ਅਟਾਰਨੀ ਆ ਉਹ ਵੀ ਅਸਾਈਨ ਕੀਤਾ ਜਾਊਗਾ। ਸੋ ਅਰੈਸਟ ਉਸ ਟਾਈਮ ਕੀਤਾ ਜਾਊਗਾ ਹੁਣ ਕਿਉਂਕਿ ਵੈਂਡਲਿਜ਼ਮ ਕੀਤਾ ਆ। ਤੇ ਵੈਂਡਲਿਜ਼ਮ ਕਹਿੰਦੇ ਵੀ ਜੋ ਵਰਲਡ ਵਾਰ 2 ਦਾ ਮੈਮੋਰੀਅਲ ਆ ਇਹ ਇੱਕ ਤਰ੍ਹਾਂ ਨਾਲ ਸੀਕ੍ਰੇਟ ਮੋਨੂਮੈਂਟ ਹੈਗਾ ਹੈ ਜੋ ਅਮਰੀਕਨਸ ਨੂੰ ਆਨਰ ਕਰਦਾ ਜਿਹੜੇ ਜੰਗਾਂ ਦੇ ਵਿੱਚ ਲੜੇ ਹੈਗੇ ਆ ਤੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਹੈਗੀਆਂ ਤੇ ਕਹਿੰਦੇ ਵੀ ਉਹ ਸਾਰੇ ਜਿਹੜੇ ਅਮਰੀਕਨ ਆ ਉਹ ਸਾਡੇ ਫਾਦਰਸ ਗ੍ਰੈਂਡਫਾਦਰਸ ਹੈਗੇ ਆ। ਇਹ ਪਾਇਰੋ ਨੇ ਐਕਸ ਦੇ ਉੱਤੇ ਲਿਖਿਆ ਹੈਗਾ ਤੇ ਇਹ ਉਸੇ ਟਾਈਮ ਵੈਂਡਲਿਜ਼ਮ ਹੋਇਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਇੱਕ ਪਹਿਲਾਂ ਹਜੇ ਜਿਹੜਾ ਇੱਕ ਕੰਟਰੋਵਰਸੀ ਹਟੀ ਨਹੀਂ ਸੀ ਲਿੰਕਨ ਮੈਮੋਰੀਅਲ ਰਿਫਲੈਕਸ਼ਨ ਪੂਲ ਦੀ ਤੇ ਉਹ ਤੋਂ ਬਾਅਦ ਹੁਣ ਇਹ ਜਿਹੜਾ ਆ ਅੱਗੇ ਆ ਗਿਆ ਹੈਗਾ ਤੇ ਇਹਦੇ ਉੱਤੇ ਕਹਿੰਦੇ ਵੀ ਸਪਰੇਅ ਕੀਤਾ ਗਿਆ ਸੀ। ਹਾਲਾਂਕਿ ਬਹੁਤ ਹੀ ਸੋਹਣਾ ਵਰਲਡ ਵਾਰ 2 ਮੈਮੋਰੀਅਲ ਬਣਾਇਆ ਗਿਆ ਹੈਗਾ ਆ। ਸੋ ਜੋ ਪਾਇਰੋ ਆ ਉਹ ਇਹ ਕਹਿ ਰਹੀ ਆ ਵੀ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਇਨਸਲਟ ਹੈਗੀ ਆ ਅਮਰੀਕਨ ਹੀਰੋਜ਼ ਦੇ ਲਈ ਜੋ ਵਰਲਡ ਵਾਰ 2 ਦੇ ਵਿੱਚ ਸ਼ਹੀਦ ਹੋਏ ਹੈਗੇ ਆ। ਇੰਟੀਰੀਅਰ ਡਿਪਾਰਟਮੈਂਟ ਨੇ ਕਿਹਾ ਵੀ ਜਿਹੜੀ ਯੂਐਸ ਪਾਰਕ ਪੁਲਿਸ ਆ ਉਹ ਸੀਨ ਤੇ ਸੀ। ਉਹਨਾਂ ਨੇ ਜਦੋਂ ਵੈਂਡਲਿਜ਼ਮ ਬੀਬੀ ਕਰ ਰਹੀ ਸੀ ਉਸ ਤੋਂ ਬਾਅਦ ਉਸ ਨੂੰ ਜਿਹੜਾ ਫੜ ਲਿਆ ਤੇ ਜੋ ਫਰੈਂਡਸ ਆਫ ਦਾ ਨੈਸ਼ਨਲ ਵਰਲਡ ਵਾਰ 2 ਮੈਮੋਰੀਅਲ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹ ਇਸ ਸਾਈਟ ਨੂੰ ਮੇਨਟੇਨ ਕਰਦੀ ਆ ਤੇ ਉਹ ਕਹਿੰਦੇ ਵੀ ਬਹੁਤ ਸਾਰੇ ਜਗ੍ਹਾ ਦੇ ਉੱਤੇ ਅਮਰੀਕਾ ਦੇ ਵਿੱਚ ਲੋਕ ਆਪਣਾ ਐਕਸਪ੍ਰੈਸ਼ਨ ਸ਼ੋ ਕਰਦੇ ਆ ਡਿਬੇਟ ਹੁੰਦੀ ਆ ਡਿਸਐਗਰੀਮੈਂਟ ਹੁੰਦਾ ਪਰ ਇੱਕ ਨੈਸ਼ਨਲ ਮੈਮੋਰੀਅਲ ਨੂੰ ਇਸ ਤਰ੍ਹਾਂ ਖਾਸ ਕਰਕੇ ਉਹ ਵੀ ਉਹਨਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਅਮਰੀਕਾ ਨੂੰ ਸਰਵ ਕੀਤਾ ਤੇ ਕਦੇ ਵੀ ਉਹ ਘਰ ਵਾਪਸ ਨਹੀਂ ਆਏ ਕਿਉਂਕਿ ਉਹਨਾਂ ਦੀ ਮੌਤ ਹੋ ਗਈ ਜੰਗ ਵਿੱਚ ਲੜਦਿਆਂ ਦੀ ਤੇ ਉਸ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਵੈਂਡਲਿਜ਼ਮ ਕਰਨਾ ਇਹ ਬਹੁਤ ਹੀ ਮਾੜੀ ਗੱਲ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ ਫਾਰ ਰਾਈਟ ਪਾਰਟੀ ਦਾ ਰਿਫਾਰਮ ਪਾਰਟੀ ਦਾ ਯੂਕੇ ਦਾ ਨਾਈਜਲ ਫਰਾਜ ਜਿਸ ਨੇ ਅਸਤੀਫਾ ਦੇ ਦਿੱਤਾ ਸੀ ਤੇ ਬਾਅਦ ਚ ਉਸੇ ਹੀ ਹਲਕੇ ਤੋਂ ਦੁਬਾਰਾ ਇਲੈਕਸ਼ਨ ਹੋਈ ਆ ਬਾਈ ਇਲੈਕਸ਼ਨ ਹੋਈ ਆ ਕਲੈਕਟਨ ਦੇ ਇਲਾਕੇ ਤੋਂ ਉੱਥੇ ਉਹਦੀ ਜਿੱਤ ਹੋਈ ਆ। ਮਸਲਾ ਕੀ ਸੀਗਾ ਵੀ $5 ਮਿਲੀਅਨ ਦਾ ਇਸ ਨੂੰ ਅਨਡਿਕਲੇਅਰਡ ਗਿਫਟ ਮਿਲਿਆ ਸੀ। ਪਾਰਲੀਮੈਂਟਰੀ ਸਟੈਂਡਰਡ ਕਮਿਸ਼ਨਰ ਡੈਨੀਅਲ ਗ੍ਰੀਨਬਰਗ ਨੇ ਇਨਵੈਸਟੀਗੇਸ਼ਨ ਇਸ ਦੇ ਵਿੱਚ ਲਾਂਚ ਕਰ ਦਿੱਤੀ ਸੀ ਵੀ ਜਿਹੜੇ 5 ਮਿਲੀਅਨ ਪਾਉਂਡ ਦਾ ਜਿਹੜਾ ਇਹਨੂੰ ਗਿਫਟ ਮਿਲਿਆ 2024 ਚ ਇੱਕ ਕ੍ਰਿਪਟੋ ਬਿਲੀਅਨੇਅਰ ਕ੍ਰਿਸਟੋਫਰ ਹਾਰਬੋਰਨ ਦੇ ਵੱਲੋਂ ਵੀ ਉਹ ਤੋਂ ਡਿਕਲੇਅਰ ਨਹੀਂ ਕੀਤਾ। ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰਾਊਗੀ ਤੇ ਫਿਰ ਇਹਦਾ ਜਿੱਦਾਂ ਕੰਮ ਹੀ ਹੁੰਦਾ ਰੌਲਾ ਰੱਪਾ ਜਿਹਾ ਜਿਹੜਾ ਉਹ ਜ਼ਿਆਦਾ ਜਿਹੜਾ ਉਹ ਪਾਉਣਾ ਤੇ ਕਹਿੰਦੇ ਵੀ ਇਹਨੂੰ ਇਹ ਲੱਗਾ ਵੀ ਮੈਂ ਇਨਵੈਸਟੀਗੇਸ਼ਨ ਤੋਂ ਬਚ ਜਾਊਂਗਾ ਜੇ ਮੈਂ ਪਾਰਲੀਮੈਂਟੇਰੀਅਨ ਨਹੀਂ ਹੋਊਂਗਾ। ਇਹਨੇ ਆਪਣੇ ਜਿਹੜੇ ਹਲਕੇ ਤੋਂ ਅਸਤੀਫਾ ਦੇ ਦਿੱਤਾ। ਫਿਰ ਉੱਥੇ ਇਲੈਕਸ਼ਨ ਦੁਬਾਰਾ ਕਰਾਈ ਗਈ। ਉੱਥੇ ਬਿਨ ਫੇਸ ਕਰਕੇ ਇੱਕ ਬੇਸਿਕਲੀ ਕੂੜੇ ਦੇ ਡੱਬਾ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਜਿਹੜਾ ਉਹ ਖਿਲਾਰ ਦਿੱਤਾ ਗਿਆ। ਮੇਨ ਪਾਰਟੀਆਂ ਨੇ ਸਾਰਿਆਂ ਨੇ ਇਸ ਬਾਈ ਇਲੈਕਸ਼ਨ ਦਾ ਉੱਥੇ ਬਾਈਕਾਟ ਕੀਤਾ। ਉਹਨਾਂ ਨੇ ਕਿਸੇ ਨੇ ਵੀ ਆਪਣਾ ਜਿਹੜਾ ਕੈਂਡੀਡੇਟ ਆ ਉਹ ਉੱਥੇ ਖਿਲਾਰਿਆ ਨਹੀਂ। ਇਹ ਕੋਸਟਲ ਟਾਊਨ ਪੈਂਦਾ ਆ ਯੂਕੇ ਦੇ ਵਿੱਚ ਕਲੈਕਟਨ ਦਾ ਤੇ ਉੱਥੇ ਜਿਹੜਾ ਕਾਊਂਟ ਬਿਨ ਫੇਸ ਕਰਕੇ ਇੱਕ ਕਹਿ ਲਓ ਵੀ ਮਜ਼ਾਕੀਆ ਤੌਰ ਦੇ ਉੱਤੇ ਕੈਂਡੀਡੇਟ ਆ ਉਹ ਖਿਲਾਰਿਆ ਗਿਆ। ਇਹ ਪਹਿਲੀ ਵਾਰੀ ਨਹੀਂ ਹੋਇਆ ਜਿਹੜਾ ਕਾਊਂਟ ਬਿਨ ਫੇਸ ਉੱਥੇ ਉਹਨੇ ਇਲੈਕਸ਼ਨ ਜਿਹੜੀ ਉਹ ਕੂੜੇ ਦੇ ਡੱਬੇ ਨੇ ਜਿਹੜੀ ਉਹ ਲੜੀ ਹੋਵੇ। ਹੋਰ ਵੀ ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਉਹਨੇ ਹਿੱਸਾ ਜਿਹੜਾ ਉਹ ਲਿਆ ਹੈਗਾ ਆ। ਆਲਦੋ ਨਾਈਜਲ ਫਰਾਜ ਜਿੱਤ ਇਸ ਦੇ ਵਿੱਚ ਗਿਆ ਹੈ ਰਿਫਾਰਮ ਯੂਕੇ ਪਾਰਟੀ ਦੇ ਵੱਲੋਂ ਪਰ ਕਹਿੰਦੇ ਵੀ ਉਹ ਜਿਹੜੀ ਚੀਜ਼ ਨੂੰ ਉਹ ਬਚਣਾ ਚਾਹੁੰਦਾ ਸੀਗਾ ਲੱਗਦਾ ਵੀ ਉਹਦੇ ਵਿੱਚ ਅਜੇ ਵੀ ਉਹ ਫਸਿਆ ਰਹਿ ਸਕਦਾ ਆ। ਇਹ ਕਹਿੰਦਾ ਵੀ ਮੈਂ ਕੁਝ ਵੀ ਗਲਤ ਨਹੀਂ ਕੀਤਾ। ਜਿਹੜਾ ਮਨੀ ਸੀਗੀ ਉਹਦਾ ਪਰਸਨਲ ਗਿਫਟ ਸੀਗੀ ਵੀ ਜਿਹੜਾ ਬ੍ਰੈਕਸਿਟ ਦੇ ਲਈ ਤੇ ਪਰਸਨਲ ਸਿਕਿਉਰਿਟੀ ਦੇ ਲਈ ਮੈਨੂੰ ਇਹ ਉਸ ਬੰਦੇ ਦੇ ਦੁਆਰਾ ਇੱਕ ਬਿਲੀਅਨਰ ਨੇ ਐਵੇਂ ਹੀ ਮੂੰਹ ਚੱਕ ਕੇ $5 ਬਿਲੀਅਨ ਜਿਹੜੇ ਇਸ ਨੂੰ ਦੇ ਦਿੱਤੇ। ਸੋ ਅਵੋਇਡ ਕਰਨਾ ਚਾਹੁੰਦਾ ਸੀ ਪੌਜ਼ ਕਰਨਾ ਚਾਹੁੰਦਾ ਸੀਗਾ ਇਨਵੈਸਟੀਗੇਸ਼ਨ ਨੂੰ ਜਿਹੜਾ ਉਹ ਲੈ ਕੇ। ਪਰ ਹੁਣ ਇਹ ਮੰਨਿਆ ਜਾ ਰਿਹਾ ਈਵਨ ਇਹਦੀ ਹੁਣ ਇਸ ਵਾਰ ਜਿੱਤ ਤੋਂ ਬਾਅਦ ਚ ਸਾਰਾ ਖਰਚਾ ਇਹਦੇ ਕਰਕੇ ਹੋਇਆ। ਇਹ ਪਹਿਲੋਂ ਜਿੱਤਿਆ ਪਿਆ ਸੀਗਾ ਆਪ ਅਸਤੀਫਾ ਦਿੱਤਾ ਦੁਬਾਰਾ ਇਲੈਕਸ਼ਨ ਜਿਹੜੀ ਰਨ ਕਰ ਲਈ ਦੁਬਾਰਾ ਹੁਣ ਜਿੱਤ ਵੀ ਜਿਹੜਾ ਹੋ ਗਿਆ ਲੋਕਾਂ ਦੇ ਮੋਢਿਆਂ ਦੇ ਉੱਤੇ ਇਹਦਾ ਭਾਰ ਜਿਹੜਾ ਉਹ ਪਾਇਆ ਤੇ ਹੁਣ ਕਹਿੰਦੇ ਆ ਵੀ ਇਨਵੈਸਟੀਗੇਸ਼ਨ ਦੁਬਾਰਾ ਸ਼ੁਰੂ ਹੋ ਜਾਣੀ ਆ
ਜਿਸ ਚੀਜ਼ ਤੋਂ ਇਹ ਬਚਣਾ ਚਾਹੁੰਦਾ ਸੀਗਾ, ਸ਼ਾਇਦ ਇਸ ਨੂੰ ਸਲਾਹ ਇਹਨੇ ਗਲਤ ਦਿੱਤੀ, ਜਾਂ ਇਹ ਹੋਰ ਹੀ ਦੁਨੀਆ ਦੇ ਵਿੱਚ ਰਹਿ ਰਿਹਾ ਸੀਗਾ ਵੀ ਇਹਦੇ ਕਰਕੇ ਇਨਵੈਸਟੀਗੇਸ਼ਨ ਹੁਣ ਦੁਬਾਰਾ ਜਿਹੜੀ ਉਹ ਸ਼ੁਰੂ ਹੋ ਜਾਊਗੀ, ਤੇ ਜਿਸ ਦੇ ਵਿੱਚ ਜੇ ਕੁਛ ਇਹ $5 ਮਿਲੀਅਨ ਵਾਲੀ ਜਿਹੜੇ ਇਹਨੂੰ ਗਿਫਟ ਮਿਲਿਆ ਆ, ਤੇ ਉਹਦੇ ਵਿੱਚ ਇਹ ਹੋ ਸਕਦਾ, ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਇਹਦਾ ਪਾਰਲੀਮੈਂਟ ਦੇ ਦੁਆਰਾ ਇਸ ਦੀ ਪਾਰਲੀਮੈਂਟੇਰੀਅਨ ਰੱਦ ਕੀਤੀ ਜਿਹੜੀ ਉਹ ਜਾ ਸਕੇ, ਤੇ ਪੋਟੈਂਸ਼ੀਅਲ ਸੈਕੰਡ ਬਾਈ ਇਲੈਕਸ਼ਨ ਇਸ ਹਲਕੇ ਦੇ ਵਿੱਚ ਦੁਬਾਰਾ ਉੱਥੇ ਜਿਹੜੀ ਉਹ ਹੋ ਸਕਦੀ ਆ। ਸੋ ਕਹਿੰਦੇ ਵੀ ਜੇ ਵਾਚ ਡੌਗ ਨੂੰ ਲੱਗਾ ਵੀ ਇਹਨੇ ਸੀਰੀਅਸ ਬ੍ਰੀਚਸ ਕੀਤੇ ਆ ਰੂਲਸ ਦੇ, ਤੇ ਪਾਰਲੀਮੈਂਟ ਉਸ ਨੂੰ ਸਸਪੈਂਸ਼ਨ ਜਿਹੜੀ ਆ ਉਹ ਦੇ ਸਕਦੀ ਆ, ਤੇ ਜਿਹੜੇ ਲੋਕਲ ਵੋਟਰਸ ਆ ਉਹਦੇ ਕਰਕੇ ਰੀਕਾਲ ਪਟੀਸ਼ਨ ਲਾ ਸਕਦੇ ਆ, ਜਿਹਦੇ ਕਰਕੇ ਇੱਕ ਵਾਰੀ ਫੇਰ ਉੱਥੇ ਬਾਈ ਇਲੈਕਸ਼ਨ ਹੋ ਸਕਦੀ ਆ। ਸੋ ਕਲੈਕਟਨ ਦੇ ਜਿਹੜੇ ਲੋਕ ਨੇ ਯੂਕੇ ਦੇ ਵਿੱਚ, ਉਹ ਹਾਲ ਦੀ ਘੜੀ ਇਹ ਸਾਰੀਆਂ ਚੀਜ਼ਾਂ ਨੂੰ ਵਾਚ ਕਰ ਰਹੇ। ਇਨਫੈਕਟ ਸਾਰਾ ਯੂਕੇ ਹੀ ਇਸ ਨੂੰ ਜਿਹੜਾ ਉਹ ਵਾਚ ਕਰ ਰਿਹਾ ਆ ਵੀ ਨਾਈਜਲ ਫਰਾਜ ਦਾ ਭਵਿੱਖ ਕੀ ਉੱਥੇ ਹੋ ਸਕਦਾ ਹੈਗਾ ਆ। ਅਗਲੀ ਖਬਰ ਵੱਲ ਚਲੀਏ ਤੇ ਯੂਐਸ ਨੇ ਥ੍ਰੈਟ ਕੀਤਾ ਆ ਵੀ ਉਹ ਈਰਾਨ ਦਾ ਇਨਡੈਫੀਨਿਟ ਬਲੌਕ ਕਰ ਸਕਦੇ ਹੈਗੇ ਆ। ਯੂਐਸ ਦੇ ਸੈਕਟਰੀ ਆਫ ਡਿਫੈਂਸ ਪੀਟ ਹੈਗਸਟ, ਜੋ ਉਹਨਾਂ ਨੇ ਕਿਹਾ ਵੀ ਯੂਐਸ ਕੈਨ ਸਸਟੇਨ ਇਟਸ ਬਲੌਕੇਡ ਅਗੇਂਸਟ ਈਰਾਨ ਇਨਡੈਫੀਨਿਟਲੀ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਰਿਪੋਰਟਸ ਆਈਆਂ ਵੀ ਕਿੰਨੇ ਜਿਹੜੇ ਫੌਜੀ ਆ ਉਹ ਅਪਸੈਟ ਹੈਗੇ ਆ, ਖਾਸ ਕਰਕੇ ਜੋ ਯੂਐਸਐਸ ਐਬਰਾਹਮ ਲਿੰਕਨ ਦੇ ਉੱਤੇ ਫਲੈਗ ਹੈਗੇ ਆ ਫਲੈਗਸ਼ਿਪ ਤੇ। ਕੁਛ ਨੇ ਛਾਲਾਂ ਵੀ ਪਾਣੀ ਦੇ ਵਿੱਚ ਮਾਰ ਦਿੱਤੀਆਂ ਸੀ। ਮੈਂਟਲ ਹੈਲਥ ਦਾ ਬਹੁਤ ਵੱਡਾ ਇਸ਼ੂ ਹੈਗਾ ਆ। ਇੱਕ ਬੰਦੇ ਨੇ ਜਿਹਨੇ ਛਾਲ ਮਾਰੀ ਸੀ, ਇੱਕ ਫੌਜੀ ਨੇ, 4 ਦਿਨ ਤੱਕ ਉਸਦੇ ਪਰਿਵਾਰ ਨੂੰ ਦੱਸਿਆ ਤੱਕ ਨਹੀਂ ਗਿਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਕਲੇਮ ਇਹ ਕਰ ਰਹੇ ਆ ਵੀ ਸਾਡਾ ਪੂਰਾ ਕੰਟਰੋਲ ਆ ਸਟੇਟ ਆਫ ਹਾਰਮੋਜ਼ ਦੇ ਵਿੱਚ, ਪਰ ਈਰਾਨ ਵਾਲੇ ਕਹਿੰਦੇ ਆ ਵੀ ਅਸੀਂ ਪੂਰੀ ਤਰ੍ਹਾਂ ਕਲੋਜ਼ ਰੱਖੀ ਆ ਤੇ ਕੋਈ ਵੀ ਅਸੀਂ ਉੱਥੋਂ ਜਹਾਜ਼ ਲੰਘਣ ਦੇ ਨਹੀਂ ਰਹੇ ਹੈਗੇ। ਕਲੇਮਸ ਤੇ ਰਿਪੀਟਡ ਪੋਸਟ ਜਿਹੜੇ ਯੂਐਸ ਆਫੀਸ਼ੀਅਲਸ ਦੇ ਆ ਵੀ ਸਟੇਟ ਆਫ ਹਾਰਮੋਜ਼ ਕਦੇ ਵੀ ਜਿਹੜੀ ਆ ਬਲੌਕ ਨਹੀਂ ਕੀਤੀ ਜਾਊਗੀ। ਇਹ ਈਰਾਨ ਦੀ ਪਰਸ਼ੀਅਨ ਸਟੇਟ ਅਥਾਰਟੀ ਨੇ ਪੋਸਟ ਕੀਤਾ ਸੀ ਐਕਸ ਦੇ ਉੱਤੇ, ਪਰ ਸਟੇਟ ਆਫ ਹਾਰਮੋਜ਼ ਬਲੌਕ ਹੈਗੀ ਆ। ਈਰਾਨ ਵਾਲੇ ਕਹਿੰਦੇ ਵੀ ਹੁਣ ਉਹ ਸਾਡੀਆਂ ਕੰਡੀਸ਼ਨਾਂ ਦੇ ਉੱਤੇ ਹੀ ਖੁੱਲੂਗੀ। ਯੂਐਸ ਦੇ ਸੈਕਟਰੀ ਪੀਟ ਹੈਗਸਟ ਨੇ ਇਹ ਕਿਹਾ ਸੀ ਵੀ ਯੂਐਸ ਮਿਲਟਰੀ ਕੈਨ ਮੇਨਟੇਨ ਨੇਵਲ ਪ੍ਰੈਜ਼ੈਂਸ ਉਸ ਰੀਜਨ ਦੇ ਵਿੱਚ ਇਨਡੈਫੀਨਿਟਲੀ, ਤਾਂ ਕਿ ਇਰਾਨੀਅਨ ਪੋਰਟਸ ਨੂੰ ਬਲੌਕ ਕੀਤਾ ਜਾ ਸਕੇ। ਤੇ ਜਿਹੜੇ ਫੌਜੀ ਹੈਗੇ ਆ ਯੂਐਸਐਸ ਐਬਰਾਹਮ ਲਿੰਕਨ ਦੇ ਉੱਤੇ, ਜੋ ਐਡਾ ਵੱਡਾ ਜਿਹੜਾ ਫਲੈਗਸ਼ਿਪ ਹੈਗਾ ਆ, ਉਹਨਾਂ ਦੀ ਕੰਡੀਸ਼ਨ ਵਾਲੀ ਗੁੱਡ ਨਹੀਂ ਹੈਗੀ। 2 ਪਬਲੀਕੇਸ਼ਨਸ ਆਈਆਂ ਆ, ਮਿਲਟਰੀ ਅਫੇਅਰਸ ਦੀ ਤੇ ਨੇਵੀ ਟਾਈਮਸ ਦੀ ਤੇ ਸਟਾਰ ਤੇ ਸਟ੍ਰਾਈਪਸ ਦੀ ਵੀ। ਉਹਨਾਂ ਨੇ ਇਹ ਕਿਹਾ ਵੀ ਫੈਮਿਲੀ ਮੈਂਬਰ ਜਿਹੜੇ ਆ ਮਿਲਟਰੀ ਪਰਸਨਲ ਦੇ, ਉਹ ਇਹ ਕਹਿ ਰਹੇ ਆ ਵੀ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਆ ਉਹ ਡਿਕਲਾਈਨ ਹੋ ਰਹੀ ਹੈਗੀ ਆ। ਕਈ ਕੇਸ ਜਿਹੜੇ ਸੁਸਾਈਡਲ ਇੰਡੀਏਸ਼ਨ ਦੇ ਵੀ ਆਏ ਆ, ਲੋਕਾਂ ਨੇ ਕੋਸ਼ਿਸ਼ ਕੀਤੀ ਆ ਸੁਸਾਈਡ ਕਰਨ ਦੀ। ਨੇਵੀ ਟਾਈਮਸ ਨੇ ਕਿਹਾ ਵੀ ਇੱਕ ਸੇਲਰ ਦੀ ਵਾਈਫ ਨੇ ਕਿਹਾ ਵੀ ਉਹਦਾ ਜਿਹੜਾ ਹਸਬੈਂਡ ਆ ਉਹ ਜੰਪ ਕੀਤਾ, ਜਿੱਦਾਂ ਮੈਂ ਪਹਿਲਾਂ ਖਬਰ ਕੀਤੀ ਵੀ 4 ਦਿਨ ਤੱਕ ਸਾਨੂੰ ਜਿਹੜਾ ਹੈ ਇਨਫੋਰਮ ਵੀ ਨਹੀਂ ਕੀਤਾ ਗਿਆ ਹੈਗਾ ਆ। ਇੰਨਾ ਲੰਮਾ ਸਮਾਂ ਯੂਐਸਏ ਦੀ ਨੇਵੀ ਉੱਤੇ ਰਹਿ ਸਕਦੀ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਟਰ ਕਰਦਾ ਹੈਗਾ ਆ। ਦੂਸਰੇ ਪਾਸੇ ਵੀ ਕੀ ਈਰਾਨ ਇੰਨਾ ਲੰਮਾ ਸਮਾਂ ਜਿਹੜਾ ਯੂਐਸ ਦਾ ਜਿਹੜਾ ਬਲੌਕੇਡ ਆ ਉਸ ਨੂੰ ਜੋ ਪੋਰਟਸ ਦੇ ਉੱਤੇ ਆ ਉਸ ਨੂੰ ਸਰਵਾਈਵ ਕਰ ਸਕਦਾ ਆ ਕਿ ਨਹੀਂ। ਟਰੰਪ ਉਹਨਾਂ ਨੇ ਆਲਰੇਡੀ ਸਿਗਨਲ ਕਰ ਦਿੱਤਾ ਵੀ ਤਹਿਰਾਨ ਨੂੰ ਇਕਨੋਮੀ ਵਾਈਜ਼ ਹੁਣ ਜਿਹੜਾ ਆ ਉਹਨਾਂ ਦਾ ਜਿਹੜਾ ਅਸੀਂ ਇੱਕ ਤਰ੍ਹਾਂ ਨਾਲ ਡਾਊਨ ਕਰਾਂਗੇ। ਬੰਬਾਰਡਮੈਂਟ ਤਾਂ ਅਸੀਂ ਪਹਿਲਾਂ ਜਿੰਨੀ ਕਾ ਉਹ ਕਰ ਲਈ ਹੈਗੀ ਆ। ਸੋ ਟਰੰਪ ਉਹਨਾਂ ਨੇ ਇਹ ਜਦੋਂ ਕਲੇਮ ਕੀਤਾ ਸੀ ਵੀ ਈਰਾਨ ਬਹੁਤ ਬੁਰੀ ਸ਼ੇਪ ਦੇ ਵਿੱਚ ਆ, ਉੱਥੇ ਇਨਫਲੇਸ਼ਨ ਦੇਖ ਲਓ ਕਿੰਨੀ ਆ ਤੇ ਫੌਜੀਆਂ ਦੀਆਂ ਤਨਖਾਹਾਂ ਨਹੀਂ ਦੇ ਹੋ ਰਹੀਆਂ ਹੈਗੀਆਂ। ਇਹ ਸਾਰਾ ਕੁਝ ਯੂਐਸ ਦੀ ਨੇਵਲ ਬਲੌਕੇਡ ਕਰਕੇ ਹੋਇਆ ਹੈਗਾ ਆ। ਕਰੂਡ ਆਇਲ ਜੋ ਆ ਘੱਟੋ ਘੱਟ $6 ਬਿਲੀਅਨ ਦਾ ਜਿਹੜਾ ਆਇਲ ਦਾ ਰੈਵਨਿਊ ਆ ਜੋ ਈਰਾਨ ਨੂੰ ਮਿਲਣਾ ਸੀ ਉਹ ਨਹੀਂ ਮਿਲ ਸਕਿਆ ਹੈਗਾ। ਜਿਹੜੇ ਐਕਸਪਰਟਸ ਆ ਉਹ ਕਹਿ ਰਹੇ ਆ ਵੀ ਈਰਾਨ ਜੋ ਆ ਇਸ ਵੇਲੇ ਸਟਰੋਂਗਰ ਪੋਜੀਸ਼ਨ ਦੇ ਵਿੱਚ ਆ। ਸੋ ਲੜਾਈ ਦੇ ਪੱਖੋਂ ਜੇ ਦੇਖਿਆ ਜਾਵੇ, ਜਦੋਂ ਤੱਕ ਜੋ ਗਰਾਊਂਡ ਟਰੂਪ ਨਹੀਂ ਜਾਂਦੇ ਤਦ ਤੱਕ ਕਹਿੰਦੇ ਵੀ ਈਰਾਨ ਨੂੰ ਕੰਟਰੋਲ ਕਰਨਾ ਔਖਾ ਆ, ਤੇ ਪ੍ਰੈਜ਼ੀਡੈਂਟ ਟਰੰਪ ਹੋਣੀ ਇਲੈਕਸ਼ਨ ਨੂੰ ਦੇਖ ਕੇ ਗਰਾਊਂਡ ਟਰੂਪ ਜਿਹੜੇ ਆ ਉਹ ਭੇਜਣਾ ਨਹੀਂ ਚਾਹੁੰਦੇ ਹੈਗੇ। ਮਹਿਰਾਨ ਕਮਰਾਵਾ ਕਰਕੇ ਪ੍ਰੋਫੈਸਰ ਆਫ ਗਵਰਨਮੈਂਟ ਹੈਗੇ ਆ ਜਾਰਜ ਟਾਊਨ ਯੂਨੀਵਰਸਿਟੀ ਕਤਰ ਦੇ ਵਿੱਚ। ਉਹਨਾਂ ਨੇ ਕਿਹਾ ਵੀ ਜਿਹੜੇ ਇਰਾਨੀਅਨਸ ਆ ਉਹ ਇਕਨੋਮਿਕ ਪ੍ਰੈਸ਼ਰ ਪਾ ਰਹੇ ਆ ਰੀਜਨਲ ਨੇਬਰਸ ਦੇ ਉੱਤੇ, ਕਿਉਂਕਿ ਇਕੱਲਾ ਈਰਾਨ ਨਹੀਂ, ਜੋ ਆਲੇ ਦੁਆਲੇ ਦੇ ਜਿਹੜੇ ਮੁਲਕ ਆ ਸਾਊਦੀ ਅਰੇਬੀਆ, ਕਤਰ, ਕੁਵੈਤ, ਉਹ ਵੀ ਆਪਣਾ ਜਿਹੜਾ ਤੇਲ ਆ ਬਾਹਰ ਨਹੀਂ ਕੱਢ ਸਕਦੇ ਹੈਗੇ। ਸੋ ਕਤਰ, ਯੂਏਈ, ਸਾਊਦੀ ਅਰੇਬੀਆ, ਕੁਵੈਤ
ਸੋ ਇਹਦੇ ਕਰਕੇ ਜਦੋਂ ਤੇਲ ਨਹੀਂ ਉੱਥੋਂ ਜਾ ਰਿਹਾ ਹੈਗਾ ਤੇ ਪੂਰੀ ਦੁਨੀਆ ਦੀ ਇਕਨੋਮੀ ਦੇ ਉੱਤੇ ਜਿਹੜਾ ਬਹੁਤ ਵੱਡਾ ਜਿਹੜਾ ਪ੍ਰੈਸ਼ਰ ਆ ਉਹ ਪੈ ਰਿਹਾ ਹੈ। ਜੀ ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਦੇ ਆ ਵੀ ਕੀ ਕੁਝ ਚੱਲ ਰਿਹਾ। ਟਰੰਪ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਦੇ ਕੋਲ ਗਈ ਆ ਬਾਲਰੂਮ ਨੂੰ ਜਿਹੜਾ ਉਹ ਲੈ ਕੇ, ਕੀ ਉਹ ਆਖ ਰਹੇ ਆ ਤੇ ਹੋਰ ਵੀ ਜਿਹੜੀਆਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468.
ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮੁਆਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਆਖਦੇ ਹਾਂ ਸਵਾਗਤ ਹੈ ਸਭ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਇਸ ਮੌਕੇ ਜੁੜ ਚੁੱਕੇ ਨੇ ਨਿਰਮਲ ਮਾਨ ਜੀ ਊੜਾ ਡੈਟ ਰਿਲੀਫ ਤੋਂ। ਤੇ ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਇਹ ਬਾਕੀ ਸਾਰੇ ਅਮਰੀਕਨ ਸੁਣਨ ਵਾਲਿਆਂ ਮੇਰੀ ਬਹੁਤ ਭਾਰੀ ਸਤਿ ਸ੍ਰੀ ਅਕਾਲ ਜੀ। ਜੀ ਸੋ ਨਿਰਮਲ ਭਾਜੀ, ਆਪਾਂ ਕੁਐਸਚਨ ਕਰ ਹੀ ਲੈਂਦੇ ਹਾਂ। ਅੱਜ ਦੀ ਇੱਕ ਮੇਨ ਨਿਊਜ਼ ਹੈਗੀ ਆ, ਗਾਰਡੀਅਨ ਨਿਊਜ਼ਪੇਪਰ ਨੇ ਵੀ ਲਾਈ ਆ ਵੀ US ਦਾ ਜਿਹੜਾ ਕਰਜ਼ਾ ਆ ਉਹ ਬਹੁਤ ਜ਼ਿਆਦਾ ਚੜ ਗਿਆ, 1.26 ਟ੍ਰਿਲੀਅਨ ਡਾਲਰ ਆ ਜਿਹੜਾ ਹਾਂਜੀ ਕ੍ਰੈਡਿਟ ਡੈਬਟ ਜਿਹੜੀ ਹੈਗੀ ਆ। ਹਾਲਾਂਕਿ ਕਹਿੰਦੇ ਜਿਹੜਾ ਸਟੂਡੈਂਟ ਲੋਨ ਵਗੈਰਾ ਉਹ ਥੋੜਾ ਜਿਹਾ ਘਟਿਆ ਹੈਗਾ, ਮਾਰਗੇਜ ਤੇ ਸਟੂਡੈਂਟ ਲੋਨ ਬੈਲੈਂਸ ਥੋੜੇ ਜਿਹਾ ਡਿਕਲਾਈਨ ਹੋਏ ਆ, ਪਰ ਕ੍ਰੈਡਿਟ ਕਾਰਡ, ਸੋ ਇਹਦਾ ਮਤਲਬ ਇਹ ਆ ਵੀ ਲੋਕ ਕ੍ਰੈਡਿਟ ਕਾਰਡਾਂ ਨੂੰ ਦੱਬ ਰਹੇ ਹੈਗੇ ਹਨ। ਬਿਲਕੁਲ ਬਿਲਕੁਲ। ਜੇ ਆਪਾਂ ਸਿਰਫ ਇਸ ਕੁਆਰਟਰ ਪਿਛਲੇ ਕੁਆਰਟਰ ਦੀ ਗੱਲ ਕਰੀਏ, ਸੈਕੰਡ ਕੁਆਰਟਰ ਦੀ ਇਸ ਸਾਲ ਦੇ, ਉਹਦੇ ਚ ਹੀ ਐਡੀਸ਼ਨਲ $46 ਬਿਲੀਅਨ ਜਿਹੜਾ ਹਰਜੋਤ ਭਾਜੀ ਐਡ ਹੋਇਆ ਅਪ੍ਰੈਲ ਤੋਂ ਲੈ ਕੇ ਜੂਨ ਤਾਈਂ। ਦੇਖੋ ਐਗਜ਼ੈਕਟਲੀ, ਸੋ ਚੀਜ਼ਾਂ ਕਾਫੀ ਡਰਾਸਟਿਕ ਨੇ। ਪਹਿਲਾਂ ਪਿਛਲੇ 2-3 ਸਾਲ ਤੋਂ ਹੀ ਹਾਲਾਤ ਜਿਹੜੇ ਨੇ ਕੰਟੀਨਿਊਸਲੀ ਇਦਾਂ ਹੁੰਦੇ ਪਏ ਨੇ, ਔਰ ਅਨਫੋਰਚੂਨੇਟ ਸਿਚੁਏਸ਼ਨ ਇਹ ਹੈ ਕਿ ਇਸ ਟਾਈਮ ਕਈ ਵਾਰ ਕਈ ਸਿਚੁਏਸ਼ਨ ਆਈਆਂ ਜਿਹਦੇ ਚ ਕਿਸੇ ਖਾਸ ਸੈਗਮੈਂਟ ਨੂੰ ਇਫੈਕਟ ਪਿਆ ਜਾਂ ਕਿਸੇ ਕਾਰਡ ਬਿਜ਼ਨਸ ਨੂੰ ਪਿਆ, ਬਟ ਅਨਫੋਰਚੂਨੇਟਲੀ ਰਾਈਟ ਨਾਓ ਚਾਹੇ ਉਹ ਓਵਰਆਲ ਟੈਕ ਇੰਡਸਟਰੀ ਹੈ, ਚਾਹੇ ਬਿਜ਼ਨਸਿਸ ਨੇ, ਚਾਹੇ ਸਮਾਲ ਬਿਜ਼ਨਸ ਨੇ, ਚਾਹੇ ਲਾਰਜ ਬਿਜ਼ਨਸ ਨੇ, ਓਵਰਆਲ ਹਰ ਪਾਸੇ ਵੱਡਾ ਇੰਪੈਕਟ ਪੈਂਦਾ ਪਿਆ। ਸੋ ਥਿੰਗਸ ਆਰ ਗੈਟਿੰਗ ਵਰਸ। ਔਰ ਚੱਕਰ ਇਹੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਅਬਾਊਟ ਕਲੋਜ਼ ਟੂ 50% ਜਿਹੜੇ ਬੰਦੇ ਨੇ ਉਹ ਆਪਣੀਆਂ ਪੇਮੈਂਟਾਂ ਨੇ, ਮਿਨੀਮਮ ਪੇਮੈਂਟਾਂ ਦਿੰਦੇ ਪਏ ਨੇ। ਸੋ ਇਹ ਅੱਗੇ ਮੈਂ ਕਹਿਣਾ ਹੁੰਦਾ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਤੇ ਆ ਜਾਂਦੇ ਹੋ, ਇਟਸ ਡਿਫਿਕਲਟ ਟੂ ਪੇ ਆਫ ਦੈਟ ਡੈਟ, ਬਿਕੋਜ਼ ਤੁਸੀਂ ਜੇ 24-25% ਦੇ ਇੰਟਰਸਟਡ ਤੇ ਤੁਸੀਂ ਆਪਣਾ ਡੈਟ ਪੇ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹਨੂੰ ਇਟ ਕੈਨ ਟੇਕ ਅਪ ਟੂ 15, 20, 30, 40, 50 ਸਾਲ ਲੱਗ ਸਕਦੇ ਨੇ। ਸੋ ਵਾਟ ਵੀ ਆਫਰ, ਜਿਹੜਾ ਤਕਰੀਬਨ ਪਿਛਲੇ ਆਲਮੋਸਟ 20 ਸਾਲਾਂ ਤੋਂ ਇਹੀ ਆਫਰ ਕਰਦਾ ਪਿਆ ਕਿ ਵੀ ਡੂ ਨਾਟ ਚਾਰਜ ਸਿੰਗਲ ਪੈਨੀ। ਕੋਸ਼ਿਸ਼ ਇਹ ਕਰਦੇ ਕਿ ਜਿਹੜੇ ਵੀ ਆਪਣੇ ਭੈਣ ਭਰਾ ਹੈਗੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਵੱਧ ਤੋਂ ਵੱਧ ਕਰਜ਼ਾ ਆਪਾਂ ਮਾਫ ਕਰਾ ਸਕੀਏ ਔਰ ਬਾਕੀ ਰਹਿੰਦੇ ਦੀ ਆਸਾਨ ਕਿਸ਼ਤਾਂ ਬਣਾ ਲਈਏ। ਕਈ ਵਾਰ ਇਹ ਥੋੜਾ ਜਿਹਾ ਮੁਗਾਲਤਾ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ, ਔਰ ਓਵਰਆਲ ਵੀ ਹੁੰਦਾ ਜਦੋਂ ਤੁਸੀਂ ਨਾ
ਕਿਉਂਕਿ ਸਾਡੇ ਉਹ ਸਿਚੁਏਸ਼ਨ 'ਚ ਆਏ ਹਾਂ ਉਹਨਾਂ ਕੰਟਰੀ 'ਚ ਜਿੱਥੇ ਕੋਈ 1 ਰੁਪਈਆ ਵੀ ਨਹੀਂ ਛੱਡਦਾ। ਸੋ ਆਪਾਂ ਇਹ ਹੈ ਕਿ ਜਿੰਨਾ ਚਿਰ ਤੁਹਾਡਾ ਕਰਜ਼ਾ ਮਾਫ ਨਹੀਂ ਹੁੰਦਾ, ਯੂ ਜਸਟ ਕਾਲ ਅਸ। ਜਿਹੜੇ ਵੀ ਆਪਸ਼ਨਸ ਨੇ, ਚਾਹੇ ਡੈਟ ਕੰਸੋਲੀਡੇਸ਼ਨ ਹੈ, ਸੈਟਲਮੈਂਟ ਹੈ, ਡਿਫਰੈਂਟ ਤਰ੍ਹਾਂ ਦੀ ਬੈਂਕਰਪਸੀ ਤੇ ਤੁਸੀਂ ਸਾਰੀ ਡਿਸਕਸ ਕਰ ਲਓ ਜੋ ਤੁਹਾਡੇ ਵਾਸਤੇ ਬੈਸਟ ਹੈ। ਬਟ ਇਫ ਯੂ ਡੂ ਸੈਟਲਮੈਂਟ, ਇਹ ਸਭ ਤੋਂ ਬੈਸਟ ਵਾਇਬਲ ਆਪਸ਼ਨ ਹੈ। ਐਨੀਵੇਅਰ ਬਿਟਵੀਨ 6 ਮਹੀਨੇ ਤੋਂ ਲੈ ਕੇ 4 ਸਾਲ ਦੇ ਵਿੱਚ ਯੂ ਕੈਨ ਬੀ ਟੋਟਲੀ ਡੈਟ ਫ੍ਰੀ। ਤੁਹਾਡੀ ਬੈਂਕਰਪਸੀ, ਤੁਹਾਡੇ ਕ੍ਰੈਡਿਟ ਤੇ ਕੋਈ ਡੈਂਟ ਨਹੀਂ। ਵਿਦਿਨ ਵਨਸ ਯੂ ਡਨ, ਵਿਦਿਨ 6 months to year, ਤੁਹਾਡਾ ਕ੍ਰੈਡਿਟ ਸਕੋਰ ਆ ਬੈਕ ਔਨ ਟਰੈਕ ਹੋ ਜਾਏਗਾ। ਐਂਡ ਦ ਬੈਸਟ ਥਿੰਗ ਇਜ਼ ਯੂ ਡੂ ਨਾਟ ਪੇ ਕਿ ਜਿੰਨਾ ਤੁਹਾਡਾ ਆਊਟਸਟੈਂਡਿੰਗ ਬੈਲੈਂਸ ਹੈ ਤੁਸੀਂ ਅੱਧੇ ਤੋਂ ਵੱਧ ਜਿਹੜੇ ਆਪਣੇ ਪੈਸੇ ਬਚਾਉਂਦੇ ਹੋ। ਔਰ ਬਾਕੀ ਐਜ਼ ਲੌਂਗ ਐਜ਼ ਤੁਸੀਂ ਜਦੋਂ ਐਨਰੋਲ ਕਰ ਲੈਂਦੇ ਹੋ, ਜਿਹੜੀ ਤੁਹਾਡੀ ਕਿਸ਼ਤ ਬਣਦੀ, ਜਿਹੜੀ ਤੁਸੀਂ ਪਿਕ ਕਰਦੇ ਹੋ, ਉਹਨੂੰ ਕੰਟੀਨਿਊ ਰੱਖੋ। ਉਹ ਬਹੁਤ ਜ਼ਰੂਰੀ ਹੁੰਦਾ। ਕਈ ਵਾਰ ਕੀ ਹੁੰਦਾ ਕਿ ਸਾਡੇ ਕੋਲ ਕਈ ਐਸੇ ਆਉਂਦੇ ਨੇ ਕਸਟਮਰਸ ਜਿਹੜੇ ਸ਼ੁਰੂ ਕਰ ਲੈਂਦੇ ਨੇ ਔਰ 1-2 ਮਹੀਨੇ ਬਾਅਦ ਫਿਰ ਉਹ ਬੰਦ ਕਰ ਦਿੰਦੇ ਨੇ, ਫਿਰ ਚਾਲੂ ਕਰ ਦਿੰਦੇ ਨੇ। ਉਹਦੇ ਨਾਲ ਫਾਇਦਾ ਨਹੀਂ ਹੁੰਦਾ ਔਰ ਕਈ ਵਾਰ ਜ਼ਿਆਦਾ ਨੁਕਸਾਨ ਹੋ ਜਾਂਦਾ। ਸੋ ਕਿਸੇ ਦਾ ਵੀ ਕਰਜ਼ਾ ਹੈਗਾ, ਕੋਈ ਵੀ ਅਨਸਿਕਿਉਰਡ ਡੈਟ ਹੈ, ਜਿਹਦੇ 'ਚ ਖਾਸ ਕਰ ਜਿੱਦਾਂ ਹਰਜੋਤ ਭਾਜੀ ਨੇ ਗੱਲ ਕੀਤੀ ਹੈ ਕ੍ਰੈਡਿਟ ਕਾਰਡ ਦੀ ਡੈਟ ਦੀ, ਫਿਰ ਕੋਈ ਮੈਡੀਕਲ ਦੇ ਡੈਟ ਨੇ, ਕਾਫੀ ਰੇਜ਼ ਵੱਧਦੇ ਪਏ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧਣੇ ਨੇ। ਕਿਉਂਕਿ ਹਰਜੋਤ ਭਾਜੀ ਮੇਰੇ ਹਿਸਾਬ ਨਾਲ ਇੰਸ਼ੋਰੈਂਸ ਦਾ ਜਿਹੜਾ ਕੰਮ ਹੈ ਹੋਰ ਟਾਈਟ ਹੁੰਦਾ ਪਿਆ ਨਾ, ਜਿਹੜਾ ਮੈਡੀਕਲ ਬਿਲਕੁਲ ਉਹਨਾਂ ਨੇ ਦੇਖੋ ਵੀ ਕੈਲੀਫੋਰਨੀਆ ਕੀ ਹੋਰ ਕਈ ਸਟੇਟਾਂ ਦਾ ਜਿਹੜਾ ਮੈਡੀਕਲ ਦਾ ਫੰਡ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਬੰਦ ਕਰਤਾ ਤੇ ਅਗਲੇ ਸਾਲ ਤੋਂ ਇੱਕ ਇਹ ਵੀ ਹੋਣ ਜਾ ਰਿਹਾ ਵੀ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਜਾਂ ਤੁਸੀਂ ਸਿਟੀਜ਼ਨ ਨਹੀਂ ਹੈਗੇ ਤੇ ਤੁਹਾਨੂੰ ਜਿਹੜੀ ਸਬਸਿਡੀ ਨਹੀਂ ਮਿਲਣੀ ਹੈਗੀ ਕਵਰ ਕੈਲੀਫੋਰਨੀਆ ਦੀ। ਸੋ ਜੇ ਸਬਸਿਡੀ ਨਹੀਂ ਮਿਲਣੀ ਹੈਗੀ ਤੇ ਇਹਦਾ ਮਤਲਬ ਇਹ ਹੈ ਵੀ ਜੇ ਕਿਸੇ ਦਾ $1500 ਪ੍ਰੀਮੀਅਮ ਤਾਂ ਤੁਹਾਨੂੰ $1500 ਹੀ ਦੇਣਾ ਪੈਣਾ ਜੇ ਤੁਸੀਂ ਹੋਰ ਕਿਸੇ ਵੀ ਵੀਜ਼ੇ ਤੇ ਆ, ਅਨਲੈਸ ਕੇਸ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਜਾਂ ਸਿਟੀਜ਼ਨ ਆ। ਮੈਡੀਕਲ ਲੋਕਾਂ ਦਾ ਬਹੁਤ ਵੱਡੀ ਗਿਣਤੀ 'ਚ ਘੱਟ ਹੋ ਰਿਹਾ ਕਿਉਂਕਿ ਉਹਨਾਂ ਨੇ ਹੁਣ ਇਹ ਕੋਈ ਨਵੇਂ ਰੂਲ ਨਹੀਂ ਪਾਸ ਕੀਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ, ਜੋ ਪਹਿਲਾਂ ਦੇ ਸੀ ਉਹ ਲਾਗੂ ਕਰਨੇ ਸ਼ੁਰੂ ਕਰਤੇ ਵੀ ਤੁਹਾਡੀ ਬੈਂਕ 'ਚ $3000 ਤੋਂ ਵੱਧ ਨਹੀਂ ਚਾਹੀਦਾ, ਤੁਹਾਡੇ ਕੋਲ ਕੀ ਪ੍ਰਾਪਰਟੀ ਹੈਗੀ ਆ। ਅੱਗੇ 4-4 ਸਾਲ ਉਹ ਰੈਕਡ ਹੀ ਨਹੀਂ ਚੈੱਕ ਕਰਦੇ ਸੀ, ਤੁਹਾਡਾ ਹਨਾ ਟੈਕਸ ਰਿਟਰਨ ਨਹੀਂ ਪੁੱਛਦੇ ਸੀ। ਹੁਣ ਇੰਨੇ ਪੁੱਛਦੇ ਆ ਵੀ ਪੁੱਛੋ ਨਾ, ਹਰ ਇੱਕ ਦੇ ਘਰ ਚਿੱਠੀ ਆ ਰਹੀ ਹੈਗੀ ਆ, ਹਰ ਇੱਕ ਦੇ ਘਰ। ਜੀ ਜੀ ਗੋ ਹੈਡ। ਸੋ ਮੈਂ ਜ਼ਿਆਦਾ ਟਾਈਮ ਨਾਲ ਲੈਂਦਾ ਹੀ ਕਹਾਂਗਾ ਕਿ ਮੈਡੀਕਲ ਦਾ ਡੈਟ ਵੀ ਬਹੁਤ ਕਾਫੀ ਹੈ। ਬਿਜ਼ਨਸ ਡੈਟ ਤੁਹਾਡੇ ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਦੇ ਵਿੱਚ ਕੋਈ ਇਕਵਿਪਮੈਂਟ ਦਾ ਜਿਹੜਾ ਜੇ ਰੀਪੋ ਹੋ ਗਿਆ ਜਾਂ ਟੋਟਲ ਹੋ ਗਿਆ, ਤੁਹਾਡੀ ਆਪਣੀ ਪਰਸਨਲ ਗੱਡੀ ਕੋਈ ਖਰਾਬ ਹੋ ਗਈ ਜਾਂ ਰੀਪੋ ਹੋ ਗਈ ਹੈ, ਸੋ ਉਹਦੇ ਸਾਰੇ ਡੈਟ ਜਿਹੜੇ ਆਪਾਂ ਮਾਫ ਕਰਾ ਸਕਦੇ ਹਾਂ। ਲਾਈਕ ਜਿੱਦਾਂ ਮੈਂ ਕਹਿੰਦਾ ਕਿ ਅੱਧੇ ਤੋਂ ਵੱਧ, ਔਰ ਬਾਕੀ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ। 100% ਕੌਨਫੀਡੈਂਸ਼ੀਅਲ ਕਾਲ ਹੈ, ਨੋ ਅਪਫਰੰਟ ਮਨੀ, ਯੂ ਕੈਨ ਕਾਲ ਕੈਂਸਲ ਐਨੀ ਟਾਈਮ। ਸੋ ਇਹਦੇ ਵਾਸਤੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਨੰਬਰ ਲੈ ਕੇ ਜੀ ਸਾਡਾ 888-888-9914 888-888-9914। ਅੱਛਾ ਨਿਰਮਲ ਇੱਕ ਭਾਜੀ, ਆਪਣੇ ਨਿਰਮਲ ਭਾਜੀ ਜ਼ਰੂਰ ਦੱਸਿਓ, ਮੈਂ ਕੁਐਸਚਨ ਪੁੱਛਣਾ, ਬਹੁਤ ਵਾਰ ਸਾਨੂੰ ਵੀ ਸਰੋਤੇ ਕਾਲ ਕਰਦੇ ਰਹਿੰਦੇ ਆ ਵੀ ਜਦੋਂ ਕੋਈ ਵੀ ਡੈਬਟ ਕੰਸੋਲੀਡੇਸ਼ਨ ਕੰਪਨੀ ਆ, ਮੈਂ ਤੁਹਾਡੀ ਨਹੀਂ ਕਹਿੰਦਾ ਕੋਈ ਵੀ ਹੈਗੀ ਆ, ਤੇ ਉਹ ਕਹਿੰਦੇ ਆ ਵੀ ਤੁਸੀਂ ਜਿਹੜੀਆਂ ਪੇਮੈਂਟਾਂ ਦੇਣੀਆਂ ਬੰਦ ਕਰ ਦਿਓ, ਪਰ ਉਹ ਕਹਿੰਦੇ ਜਦੋਂ ਅਸੀਂ ਬੰਦ ਕਰਦੇ ਆ ਮੁੜ ਕੇ ਉਹ ਥ੍ਰੈਟ ਵੀ ਕਰਦੇ ਆ ਕ੍ਰੈਡਿਟ ਕਾਰਡ ਕੰਪਨੀਆਂ ਜਾਂ ਹੋਰ, ਅਸੀਂ ਜੀ ਲਾਸੂਟ ਫਾਈਲ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ। ਉਹ ਕਿੱਦਾਂ ਹੈਂਡਲ ਹੁੰਦਾ? ਦੇਖੋ ਅਸੀਂ ਇਨਕਰੇਜ ਨਹੀਂ ਕਰਦੇ ਕਿ ਕਿਸੇ ਨੂੰ ਕਿ ਤੁਸੀਂ ਪੇਮੈਂਟਾਂ ਬੰਦ ਕਰੋ, ਪਰ ਜਨਰਲੀ ਕੀ ਹੁੰਦਾ ਕਿ ਜਦੋਂ ਵੀ ਤੁਹਾਡੀ ਪੇਮੈਂਟ ਕਿਸੇ ਦੀ ਬੰਦ ਹੁੰਦੀ ਹੈ, ਆਫ ਕੋਰਸ, ਕਿਉਂਕਿ ਜਿਹੜਾ ਕਿਸੇ ਵੀ ਕ੍ਰੈਡਿਟ ਕਾਰਡ ਦੀ ਜਾਂ ਕਿਸੇ ਵੀ ਕੰਪਨੀ ਦੀ ਕ੍ਰੈਡਿਟ ਕਾਰਡ ਕੰਪਨੀ ਦੀ ਬੰਦ ਹੁੰਦੀ ਹੈ। ਦੇਖੋ ਕਿ ਬੰਦਾ ਪਿਛਲੇ ਸਾਲ ਤੋਂ 2 ਸਾਲ ਤੋਂ 4 ਸਾਲ 5 8 ਸਾਲ ਤੋਂ ਪੇਮੈਂਟਾਂ ਮਿਨੀਮਮ ਕਰਦੇ ਪਏ ਨੇ, ਅਚਾਨਕ ਉਹਦੀ ਪੇਮੈਂਟ ਬੰਦ ਕਰ ਦਿਓ। ਬਿਕੋਜ਼ ਕ੍ਰੈਡੀਟਰ ਜਿਹੜਾ ਵੀ ਹੈਗਾ ਉਹਨਾਂ ਦਾ ਇੱਕ ਲੀਗਲ ਰਾਈਟ ਹੈਗਾ ਕਿ ਜਦੋਂ ਉਹਨਾਂ ਦੀ ਜਿਹੜੀ ਆਊਟਸਟੈਂਡਿੰਗ ਬੈਲੈਂਸ ਆ ਉਹਦੇ ਕਹਿਣ ਵਾਸਤੇ ਉਹ ਥੋੜੇ ਜ਼ਿਆਦਾ ਅਗਰੈਸਿਵ ਹੋ ਜਾਂਦੇ ਨੇ, ਕਾਲਾਂ ਕਰਨ ਲੱਗ ਪੈਂਦੇ ਨੇ। ਔਰ ਜਦੋਂ ਸਪੈਸ਼ਲੀ ਜਦੋਂ ਕ੍ਰੈਡਿਟ ਕਾਰਡ ਕੋਈ ਸੈਟਲਮੈਂਟ ਕੰਪਨੀ ਡੈਟ ਸੈਟਲਮੈਂਟ ਕੰਪਨੀ ਇਨਵੋਲਵ ਹੁੰਦੀ ਹੈ ਤਾਂ ਉਹ ਥੋੜਾ ਕੰਪਨੀ ਹੋਰ ਪੈਨਿਕ ਹੋ ਜਾਂਦੀਆਂ ਕਿ ਸਾਨੂੰ ਹੁਣ ਜਿਹੜਾ ਆਪਣਾ ਪੈਸੇ ਉਹ ਨਹੀਂ ਮਿਲਣੇ, ਸਾਨੂੰ ਸੈਟਲ ਕਰਨੇ ਪੈਂਦੇ ਨੇ। ਸੋ ਉਹਨਾਂ ਦਾ ਜਿਹੜੀ ਲਾਸਟ ਰਿਜ਼ੋਰਟ ਇਹ ਹੁੰਦੀ ਹੈ ਕਿ ਉਹ ਪੈਨਿਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਆਪਣੇ ਜਿਹੜਾ ਵੀ ਉਹਨਾਂ ਦਾ ਐਕਚੁਅਲੀ ਜਿਨ੍ਹਾਂ ਨੂੰ ਪੈਸੇ ਲੈਣੇ ਹੁੰਦੇ ਨੇ। ਸੋ ਇਹ ਬੜਾ ਨੈਚੁਰਲ ਹੈਗਾ। ਦੈਟਸ ਵਾਈ ਅਸੀਂ ਜਦੋਂ ਵੀ ਕਿਸੇ ਨੂੰ ਸਾਈਨ ਕਰਦੇ ਹਾਂ, ਅਸੀਂ ਪਾਵਰ ਆਫ ਅਟਰਨੀ ਸਾਈਨ ਕਰਵਾ ਲੈਂਦੇ ਹਾਂ ਔਰ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ ਉਹਨਾਂ ਨੂੰ ਕਾਲ ਨਹੀਂ ਕਰਨੀ, ਬਟ ਸਟਿਲ ਲੀਗਲੀ ਦੇ ਕੈਨ ਕਾਲ them ਬਿਕੋਜ਼ ਐਕਚੁਅਲੀ ਉਹ ਪੈਸੇ ਉਹ ਜੋ ਵੀ ਕਸਟਮਰ ਹੈਗਾ ਉਹ ਪੈਸੇ ਉਹਨਾਂ ਨੂੰ ਉਹ ਕਰਦਾ। ਪਰ ਉਹਦੇ 'ਚ ਡਰਨ ਦੀ ਜਾਂ ਪੈਨਿਕ ਹੋਣ ਦੀ ਕੋਈ ਲੋੜ ਨਹੀਂ। ਉਹਦੇ 'ਚ ਜਦੋਂ ਵੀ ਕੋਈ ਐਸਾ ਇਸ਼ੂ ਹੋਇਆ, ਤੁਸੀਂ ਆਪਣੀ ਡੈਟ ਸੈਟਲਮੈਂਟ ਕੰਪਨੀ ਜਿਹੜਾ ਤੁਹਾਡਾ ਕਸਟਮਰ ਸਰਵਿਸ ਰੈਪ ਹੈਗਾ ਉਹਨੂੰ ਕਾਲ ਕਰੋ। ਵਿਦਿਨ, ਜੇ ਸਾਡੇ 'ਚ ਇਦਾਂ ਦਾ ਕੇਸ ਹੁੰਦਾ, ਵਿਦਿਨ 24 ਆਵਰਸ ਉਹ ਅਸੀਂ ਰਿਜ਼ੋਲਵ ਕਰ ਲੈਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਉਹ ਕਾਲ ਨਾ ਆਏ। ਪਰ ਇਹ ਕਾਲ ਜਿਹੜੀ ਇਹਦੇ 'ਚ ਇਹ ਸਿਰਫ ਇੱਕ ਤਰ੍ਹਾਂ ਦਾ ਇੰਟੀਮੀਡੇਟ ਕਰਨ ਦਾ, ਡਰਾਉਣ ਦਾ ਤਰੀਕਾ। ਇਹਦੇ ਵਿੱਚ ਕੋਈ ਵੀ ਤੁਹਾਨੂੰ ਵੈਸੇ ਡਰਨ ਦੀ ਲੋੜ ਨਹੀਂ। ਔਰ ਜਿੰਨਾ ਵੀ ਕੋਸ਼ਿਸ਼ ਇਹ ਹੁੰਦੀ ਹੈ ਨਾ ਕਿ ਹਰ ਬੰਦੇ ਨੂੰ ਆਪਾਂ ਕਿਸੇ ਤਰ੍ਹਾਂ ਪਰਸਿਊ ਨਹੀਂ ਕਰ ਸਕਦੇ ਜਾਂ ਲਾਲਚ ਦੇ ਕੇ ਡਰਾ ਕੇ। ਸੋ ਡਰਾਉਣ ਦੀ ਕੋਸ਼ਿਸ਼ ਜਿਹੜੀ ਹੈ ਇੱਕ ਉਹਨਾਂ ਦਾ ਇੱਕ ਟੈਕਟਿਕਸ ਹੈ ਵੱਧ ਤੋਂ ਵੱਧ ਪੈਸੇ ਇਕੱਠੇ ਕਰਨ ਵਾਸਤੇ। ਜੀ ਨਿਰਮਲ ਮਾਨ ਜੀ, ਇੱਕ ਜਿਹੜੀ ਚੀਜ਼ ਦੱਸੋ ਵੀ ਜਦੋਂ ਤੁਸੀਂ ਕਹਿੰਦੇ ਵੀ ਕੋਈ ਅਪਫਰੰਟ ਮਨੀ ਨਹੀਂ ਕਿੱਦਾਂ ਆ, ਸੋ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਰਹਿੰਦਾ ਆ ਵੀ ਕਿਸ਼ਤ ਤਾਂ ਜਾਣੀ ਵੀ ਸ਼ੁਰੂ ਹੋ ਗਈ, ਇਹਦਾ ਕੀ ਮਤਲਬ ਆ, ਐਸਕਰੋ 'ਚ ਕੀ ਹੁੰਦਾ ਆ? ਸੋ ਉਹ ਥੋੜਾ ਜਿਹਾ ਦੱਸਿਓ ਵੀ
ਤੁਸੀਂ ਕਿੱਦਾਂ ਅਪਫਰੰਟ ਮਨੀ ਜਿਹੜੀ ਉਹ ਨਹੀਂ ਲੈਂਦੇ ਤੇ ਓਬਵੀਅਸਲੀ ਪੇਮੈਂਟਾਂ ਤਾਂ ਕਾਰਡਾਂ ਦੀਆਂ ਜਿਹੜੀਆਂ ਉਹ ਕਰਨੀਆਂ ਹੀ ਪੈਣੀਆਂ ਹੁੰਦੀਆਂ, ਉਹ ਥੋੜਾ ਜਿਹਾ ਪ੍ਰੋਸੈਸ ਥੋੜਾ ਐਕਸਪਲੇਨ ਕਰ ਸਕਦੇ ਹੋ ਤਾਂ? ਐਗਜ਼ੈਕਟਲੀ। ਸੋ ਨੈਸ਼ਨਲੀ ਜਿਹੜੀਆਂ ਨੇ ਨਾ PIC ਇੰਸ਼ੋਰਡ ਬੈਂਕ ਨੇ, ਜਿੱਦਾਂ US ਬੈਂਕ ਹੋਇਆ ਜਾਂ ਕੋਈ ਵੀ ਵੈਲਸ ਫਾਰਗੋ, ਕੋਈ ਵੀ ਬੈਂਕ ਹੋ ਜਿੱਥੇ ਤੁਸੀਂ, ਉਹਦੇ ਵਿੱਚ ਤੁਹਾਡਾ ਟਰਸਟ ਅਕਾਊਂਟ ਦਾ ਮਤਲਬ ਹੈ ਕਿ ਅਸੀਂ ਕੰਪਨੀਆਂ ਨੇ ਜਿਹੜੀਆਂ ਗਵਰਨਮੈਂਟ ਵੱਲੋਂ, ਫੈਡਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਵੱਲੋਂ ਰੈਗੂਲਰਾਈਜ਼ ਨੇ, ਜਿਹੜੀਆਂ ਨੂੰ ਪੇਮੈਂਟ ਪ੍ਰੋਸੈਸਿੰਗ ਕੰਪਨੀਆਂ ਕਹਿੰਦੇ ਨੇ। ਸੋ ਵਟ ਦੇ ਡੂ ਕਿ ਉਹ ਪੈਸੇ ਲੈ ਕੇ ਤੁਹਾਡੇ ਇੱਕ ਵੱਖਰੇ ਅਕਾਊਂਟ 'ਚ ਰੱਖ ਦਿੰਦੇ ਨੇ। ਉਹ ਤੁਹਾਡਾ ਅਕਾਊਂਟ, ਮੰਨ ਲਓ ਕਿ ਜਿਹੜਾ ਬੰਦਾ ਵੀ ਕਲਾਇੰਟ ਨੇ ਸਾਈਨ ਅਪ ਕੀਤਾ ਉਹਨਾਂ ਦਾ ਅਕਾਊਂਟ ਹੁੰਦਾ। ਸੋ ਮਨੀ ਉੱਥੇ ਐਕੂਮੂਲੇਟ ਹੁੰਦਾ। ਵੀ ਡੂ ਨਾਟ ਹੈਵ ਅ ਰਾਈਟ, ਕੋਈ ਵੀ ਸੈਟਲਮੈਂਟ ਕੰਪਨੀ, ਜੇ ਸਾਡੀ ਸੈਟਲਮੈਂਟ ਕੰਪਨੀ ਹੈ, ਉਹਦੇ 'ਚ ਇੱਕ ਨਿੱਕਾ ਪੈਸਾ ਵੀ ਨਹੀਂ ਲੈ ਸਕਦੀ ਜਿੰਨਾ ਚਿਰ ਸੈਟਲਮੈਂਟ ਨਹੀਂ ਹੁੰਦੀ। ਸੋ ਮੰਨ ਲਓ ਕਿ ਤੁਹਾਡੇ 4 ਕਾਰਡ ਨੇ ਤੇ ਤੁਹਾਡੇ ਪੈਸੇ ਉੱਥੇ ਐਕੂਮੂਲੇਟ ਹੁੰਦੇ ਪਏ ਨੇ, ਬਿਕਾਜ਼ ਵੀ ਕੈਨ ਨਾਟ ਗੈਟ ਅ ਸੈਟਲਮੈਂਟ ਜਦੋਂ ਵੀ ਅਸੀਂ ਸੈਟਲਮੈਂਟ ਲੈਣੇ, ਚਾਹੇ ਇੱਕ ਪਾਰਟੀਕੂਲਰ ਇੱਕ ਕਾਰਡ ਦੀ ਲਈਏ ਜਾਂ ਅਸੀਂ ਹਜ਼ਾਰਾਂ ਕਾਰਡਾਂ ਦੀ ਲਮਸਮ ਮਿਲੀਅਨਸ ਆਫ ਡਾਲਰ ਦੀ ਸੈਟਲਮੈਂਟ ਇੱਕ ਪਾਰਟੀਕੂਲਰ ਮੰਥ ਲਈਏ, ਜਦੋਂ ਵੀ ਆਪਾਂ ਲੈਣੇ ਆ, ਵੀ ਹੈਵ ਟੂ ਪ੍ਰੂਵ ਕਿ ਜਿਹੜੇ ਬੰਦੇ ਦੀ ਸੈਟਲਮੈਂਟ ਅਸੀਂ ਲਈ ਆ ਔਰ ਬੈਂਕ ਨਾਲ ਨੈਗੋਸ਼ੀਏਟ ਕੀਤਾ, ਉਹ ਬੈਂਕ ਇਹ ਵੈਰੀਫਾਈ ਕਰਦਾ ਕਿ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਹੈਗੇ ਨੇ। ਹਾਂ ਜੀ, ਤੁਸੀਂ ਬਲਫ ਕਰਕੇ ਸਟੇਟਮੈਂਟ ਸਾਡੇ ਕੋਲ ਸੈਟਲਮੈਂਟ ਲੈ ਲਈ ਔਰ ਤੁਹਾਡੇ ਕੋਲ ਪੈਸੇ ਨਾ ਹੋਣ, ਔਰ ਪੈਸੇ ਉੱਥੇ ਪਏ ਹੋਣੇ ਚਾਹੀਦੇ ਨੇ। ਸੋ ਜਿਹੜੇ ਪੈਸੇ ਨੇ ਉਹਦਾ ਆਨਲਾਈਨ ਰੈਕਡ, ਐਵਰੀ ਸਿੰਗਲ ਪੈਨੀ, ਉਹਨਾਂ ਕਿੰਨੇ ਪੈਸੇ ਆਏ ਨੇ, ਉਹ ਕਿੱਥੇ ਗਏ ਨੇ, ਔਰ ਜਿਹੜੇ ਵੀ ਐਵਰੀ ਸਿੰਗਲ, ਪਹਿਲੀ ਗੱਲ ਉਹ ਸਾਰੇ FDI ਇੰਸ਼ੋਰਡ ਨੇ, ਦੂਜੀ ਉਹ ਸਾਰਿਆਂ ਦਾ ਟਰੈਕ ਉਹ ਆਨਲਾਈਨ ਅਵੇਲੇਬਲ ਹੈਗਾ। ਦੈਟ ਮਨੀ ਬਿਲੋਂਗਸ ਟੂ them। ਸੋ ਜਦੋਂ ਵੀ ਅਸੀਂ ਸੈਟਲਮੈਂਟ ਲੈਣੇ ਆ, ਸੋ ਸੈਟਲਮੈਂਟ ਲੈਣ ਤੋਂ ਬਾਅਦ ਜਿਹੜੀ ਉਹਦੀ ਪਹਿਲੀ ਸੈਟਲਮੈਂਟ ਦੀ ਫੀਸ ਹੈ, ਉਹ ਐਕਚੁਅਲੀ ਕ੍ਰੈਡਿਟ ਨੂੰ, ਮੰਨ ਲਓ ਕਿ ਬੈਂਕ ਆਫ ਅਮਰੀਕਾ ਨੂੰ ਉਹਦੇ ਪੈਸੇ ਜਾਂਦੇ ਨੇ। ਉਹਦੇ ਬਾਅਦ ਜਿਹੜੀ ਵੀ ਫੀਸ ਹੈਗੀ ਹੈ ਉਹ ਡਿਸਪਰਸ ਹੁੰਦੀ ਹੈ। ਸੋ ਯੈਸ, ਮੰਥਲੀ ਪੇਮੈਂਟ ਕਰਦੇ ਨੇ, ਉਹਨਾਂ ਦਾ ਆਪਣਾ ਬੈਨੀਫਿਟ, ਬਿਕਾਜ਼ ਪੈਸੇ ਐਕੂਮੂਲੇਟ ਹੁੰਦੇ ਰਹਿੰਦੇ ਨੇ। ਇੱਕ ਥਰਡ ਪਾਰਟੀ ਜਿਹੜਾ ਅਸੀਂ ਆਪਣੇ ਕੋਲ ਨਹੀਂ ਰੱਖਦੇ, ਉਹ ਥਰਡ ਪਾਰਟੀ ਕੋਲ ਪੈਸੇ ਤਾਂ ਪਏ ਰਹਿੰਦੇ ਨੇ ਬਿਕਾਜ਼ ਉਹ ਜਿੱਦਾਂ ਇੱਕ ਐਸਕਰੋ ਕੰਪਨੀ ਕੰਮ ਕਰਦੀ ਹੈ, ਜਿਹਦੇ ਵਿੱਚ ਇੱਕ ਰੂਲਸ ਐਂਡ ਰੈਗੂਲੇਸ਼ਨ ਟਰਮਸ ਸੈਟਅਪ ਕੀਤੀਆਂ ਹੁੰਦੀਆਂ ਨੇ ਕਿ ਆਹ ਰੂਲਸ ਨੇ ਕਿ ਜਦੋਂ ਸੈਟਲਮੈਂਟ ਲਾਂਗੇ, ਸੈਟਲਮੈਂਟ ਪਹਿਲਾਂ ਕ੍ਰੈਡੀਟਰ ਨੂੰ ਪੇ ਕੀਤੀ ਜਾਏਗੀ, ਉਹਦੇ ਬਾਅਦ ਫੀਸ ਡਿਸਪਰਸ ਹੋਏਗੀ। ਸੋ ਇਦਾਂ ਇਹ ਜਿਹੜਾ ਸਟਰਕਚਰ ਹੈ, ਸੋ ਜੋ ਕੰਪਨੀ ਜੋ ਕੰਮ ਕਰਦੀ ਪਈ ਹੈ, ਉਹ ਕੋਈ ਪੈਸਾ ਲੈਂਦਾ। ਫਾਰ ਐਗਜ਼ਾਮਪਲ, ਮੰਨ ਲਓ ਕਿ ਤੁਸੀਂ 6 ਮਹੀਨੇ ਜਾਂ ਸਾਲ ਸਾਡੇ ਨਾਲ ਪੈਸੇ ਜਮ੍ਹਾਂ ਕਰਾਉਂਦੇ ਨੇ ਬੈਂਕ ਦੇ ਵਿੱਚ, ਅਸੀਂ ਇੱਕ ਸੈਟਲਮੈਂਟ ਵੀ ਨਹੀਂ ਲਈ, ਔਰ ਤੁਸੀਂ ਕਿਹਾ ਕਿ ਮੈਂ ਹੁਣ ਸੈਟਲਮੈਂਟ ਨਹੀਂ ਲੈਣੀ, ਤੁਸੀਂ ਕੈਂਸਲ ਕਰ ਦਿੰਦੇ ਹੋ। ਐਵਰੀ ਸਿੰਗਲ ਪੈਨੀ ਜਿਹੜੀ ਤੁਸੀਂ ਅਕਾਊਂਟ 'ਚ ਪਈ ਹੈ, ਉਹ ਸਾਰੇ ਵਾਪਸ ਯੂ ਕੈਨ ਵਿਡਰਾ ਆਲ ਦੈਟ ਮਨੀ। ਸੋ ਟੈਕਨੀਕਲੀ ਵੀ ਨਾਟ ਟੇਕਿੰਗ ਐਨੀ ਮਨੀ, ਸਾਰੇ ਪੈਸੇ ਤੁਹਾਡੇ ਨੇ, ਉੱਥੇ ਪਏ ਰਹਿੰਦੇ ਨੇ। ਔਰ ਸਾਰਾ ਕੁਝ ਸੈਟਲਮੈਂਟ ਫੀਸ ਪੇ ਕਰਨ ਤੋਂ ਬਾਅਦ, ਸਾਰਾ ਕੁਝ ਪੇ ਕਰਨ ਤੋਂ ਬਾਅਦ ਵੀ ਯੂ ਕੈਨ ਮਿੱਦਾਂ ਕਹਿੰਦਾ ਨਾ ਕਿ ਸੇਵ ਮੋਰ ਦੈਨ 50%। ਜੀ ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਦਿਓ ਜੀ। ਜੀ ਨੰਬਰ ਹੈਗਾ 888 9914 888-888-9914 ਤੇ ਵੈਬਸਾਈਟ ਹੈ OORAA.org। ਜੀ ਧੰਨਵਾਦ ਨਿਰਮਲ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਤੇ ਹਰਜੋਤ ਜੀ, ਆਪਾਂ ਵੀ ਇੱਕ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਜੁੜੇ ਰਹੋ ਇਦਾਂ ਪੰਜਾਬੀ ਰੇਡੀਓ USA ਦੇ ਨਾਲ। ਜੀ ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, update Pakistan, Sikh history, update farming, gateway to college, breaking news, Kavi Darbar, update Canada, Panthik paradigm, the Sikh excellence show, Punjabi tech talk, interviews, live coverages ਤੇ live road show, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408-272-5200 ਯਾਨੀ 4082725200 ਤੇ ਦੂਜਾ ਨੰਬਰ 408-722-7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ पंजाबी रेडियो USA ब्रेक तो बाद एक बार फिर सब ਨੂੰ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਟਰੰਪ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਦੇ ਅੱਗੇ ਗੁਹਾਰ ਲਾ ਰਹੀ ਆ ਵੀ ਕਹਿੰਦੇ ਵੀ ਜਿਹੜਾ ਵਾਈਟ ਹਾਊਸ ਦੇ ਦੀ ਤੋੜ ਭੰਨ ਜਿਹੜੀ ਕੀਤੀ ਹੈ ਤੇ ਉੱਥੇ ਬਾਲਰੂਮ ਜਿਹੜਾ ਬਣਾਉਣਾ ਹੈ ਉਸ ਦੀ ਕੰਸਟਰਕਸ਼ਨ ਨੂੰ ਦੁਬਾਰਾ ਚਾਲੂ ਕਰਾਇਆ ਜਾਵੇ ਤੇ ਉਹ ਕਹਿੰਦੇ ਵੀ ਕੰਸਟਰਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਆਰਗੂਮੈਂਟ ਦੇ ਰਹੇ ਆ ਵੀ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਆ ਤੇ ਇਸ ਲਈ ਉਹਨਾਂ ਨੇ ਅਪੀਲ ਕੀਤੀ ਆ ਹੁਣ ਸੁਪਰੀਮ ਕੋਰਟ ਨੂੰ ਵੀ ਸਾਨੂੰ ਇਹ ਜਿਹੜੀ ਕੰਸਟਰਕਸ਼ਨ ਆ ਉਸ ਨੂੰ ਪੂਰੀਆਂ ਕਰਨ ਦੇ ਲਈ ਇਜਾਜ਼ਤ ਜਿਹੜੀ ਉਹ ਦਿੱਤੀ ਜਾਵੇ ਕੁਝ ਸਮਾਂ ਪਹਿਲਾਂ ਜਿਹੜੀ ਹੋਰ ਅਦਾਲਤ ਦੇ ਦੁਆਰਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇੱਥੇ ਜਿਹੜੀ ਕੰਸਟਰਕਸ਼ਨ ਆ ਉਹ ਬੰਦ ਕਰਨ ਦੇ ਹੁਕਮ ਦੇ ਦਿੱਤੇ ਜਿਹੜੇ ਉਹ ਗਏ ਸੀਗੇ ਸੋ ਇਹਦੇ ਕਰਕੇ ਜਿਹੜਾ ਹੁਣ ਕਹਿੰਦੇ ਵੀ ਇੰਟਾਇਰ ਬਾਲਰੂਮ ਸਟਰਕਚਰ ਆ ਉਹ ਕਹਿੰਦੇ ਵੀ ਡਿਜ਼ਾਈਨ ਤੇ ਇਸ ਹਿਸਾਬ ਨਾਲ ਕੀਤਾ ਗਿਆ ਆ ਵੀ ਜਿਹੜੀ ਮਿਲਟਰੀ ਇੰਸਟਾਲੇਸ਼ਨ ਉਸ ਦੇ ਗਰਾਊਂਡ ਜਿਹੜੀ ਹੇਠਾਂ ਆ ਅੰਡਰਗਰਾਊਂਡ ਜਿਹੜੀ ਉਹ ਹੋਣੀ ਹੈਗੀ ਆ ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਇਹ ਚੀਜ਼ ਸਾਹਮਣੇ ਆਈ ਸੀ ਜਦੋਂ ਪਹਿਲੇ ਅਦਾਲਤ ਨੇ ਬੰਦ ਕੀਤੀ ਸੀ ਉਹ ਕਹਿੰਦੇ ਵੀ ਅਬਵ ਗਰਾਊਂਡ ਕੰਸਟਰਕਸ਼ਨ ਬੰਦ ਕਰੋ ਜਿਹੜੀ ਬਿਲੋ ਗਰਾਊਂਡ ਆ ਉਹ ਜਿਹੜੀ ਮਿਲਟਰੀ ਇੰਸਟਾਲੇਸ਼ਨ ਆ ਉਹ ਤੁਸੀਂ ਬਣਾਈ ਚੱਲੋ ਉਹਦੇ ਤੇ ਕੋਈ ਰੋਕ ਟੋਕ ਨਹੀਂ ਹੈਗੀ ਉਹ ਤੁਸੀਂ ਬਣਾ ਸਕਦੇ ਆ ਪਰ ਜਿਹੜੀ ਓਵਰ ਦਾ ਗਰਾਊਂਡ ਜਿਹੜੀ ਕੰਸਟਰਕਸ਼ਨ ਆ ਜਿਹੜਾ ਕਿੰਨੇ ਹਜ਼ਾਰ ਸਕੁਅਰ ਫੁੱਟ ਦਾ ਬਹੁਤ ਹੀ ਵੱਡਾ ਇੱਕ ਬਾਲਰੂਮ ਟਰੰਪ ਹੁਣੀ ਵਾਈਟ ਹਾਊਸ ਦੇ ਨਾਲ ਬਣਾਉਣਾ ਚਾਹ ਰਹੇ ਆ ਵੀ ਉਹਦੇ ਲਈ ਜਿਹੜੀ ਆ ਉਸ ਦੇ ਉੱਤੇ ਰੋਕ ਲਾਈ ਹੈਗੀ ਆ ਤੇ ਅਦਾਲਤ ਨੇ ਉਦੋਂ ਇਹ ਕਿਹਾ ਸੀਗਾ ਵੀ ਭਾਈ ਇੱਥੇ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹ ਟੈਂਪਰੇਰੀ ਹੁੰਦਾ ਆ ਉਹ ਆਪਣੇ ਮਹੱਲ ਵਾਂਗੂ ਜਾਂ ਆਪਣੇ ਘਰ ਵਾਂਗੂ ਉਹਨੂੰ ਏਦਾਂ ਚੀਜ਼ਾਂ ਦੀ ਤੋੜ ਭੰਨ ਕਰਕੇ ਚੀਜ਼ਾਂ ਨਹੀਂ ਜਿਹੜੀਆਂ ਉਹ ਬਣਾ ਸਕਦਾ ਵੀ ਓਵਰਆਲ ਜਿਹੜਾ ਉਹਨਾਂ ਨੂੰ ਦੇਖਣਾ ਚਾਹੀਦਾ ਆ ਵੀ ਜਿਹੜਾ ਵੀ ਕੋਈ ਰਾਸ਼ਟਰਪਤੀ ਇੱਥੇ ਆਵੇ ਜਾਂ ਅਮਰੀਕਾ ਦੇ ਲੋਕਾਂ ਦੇ ਲਈ ਜਿਹੜਾ ਇਸ ਦਾ ਕੋਈ ਨਾ ਕੋਈ ਫਾਇਦਾ ਹੋਵੇ
ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ ਆ। ਪਰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਦੇ ਅੱਗੇ ਅਪੀਲ ਕਰ ਰਹੀ ਆ ਵੀ ਸਾਨੂੰ ਇਹ ਕੰਸਟਰਕਸ਼ਨ ਦੁਬਾਰਾ ਚਾਲੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਜੀ ਕਹਿੰਦੇ ਵੀ ਈਰਾਨ ਦੀ ਜੰਗ ਦੇ ਨਾਲ ਚਾਈਨਾ ਦੇ ਵਿੱਚ ਜਿਹੜੇ ਈ ਟਰੱਕਸ ਆ ਉਹਨਾਂ ਦੀ ਸੇਲ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ, ਕਿਉਂਕਿ ਤੇਲ ਨਹੀਂ ਜਾ ਰਿਹਾ। ਸੋ ਜਿਹੜੇ ਇਲੈਕਟ੍ਰਿਕ ਟਰੱਕ ਆ ਉਹ ਧੜਾ ਧੜ ਚਾਈਨਾ ਦੇ ਵਿੱਚ ਵਿਕ ਰਹੇ ਹੈਗੇ ਆ। ਕਹਿੰਦੇ ਇਕੱਲਾ ਚਾਈਨਾ ਨਹੀਂ, ਹੋਰ ਵੀ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੇ ਚਾਈਨਾ ਦੇ ਬਣੇ ਹੋਏ ਈ ਟਰੱਕਸ ਆ, ਇਲੈਕਟ੍ਰਿਕ ਟਰੱਕ ਜਾਣੀ ਕਿ ਲਾਈਟ ਵੇਟ ਵਹੀਕਲਸ ਤੋਂ ਲੈ ਕੇ ਟਰੱਕ ਟ੍ਰੇਲਰਸ ਤੱਕ, ਉਹ ਬਹੁਤ ਉਹਨਾਂ ਦੀ ਜਿਹੜੀ ਸੇਲ ਆ ਹੋ ਰਹੀ ਹੈਗੀ ਆ। ਸੋ ਪਿਛਲੇ ਜੇ 2 ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ ਤੇ ਕਹਿੰਦੇ ਵੀ 2025 ਦੇ ਜਨਵਰੀ ਦੇ ਵਿੱਚ 1500 ਟਰੱਕ ਵਿਕੇ ਸੀ ਤੇ ਹੁਣ ਮਈ ਦੇ ਵਿੱਚ 6000 ਦੇ ਕਰੀਬ ਜਿਹੜੇ ਟਰੱਕ ਆ ਉਹ ਵਿਕੇ ਹੈਗੇ ਆ। ਸੋ ਚਾਈਨਾ ਤੇ ਹੋਰ ਏਸ਼ੀਅਨ ਕੰਟਰੀਜ਼ ਦੇ ਵਿੱਚ ਈ ਟਰੱਕਸ, ਇਲੈਕਟ੍ਰਿਕ ਟਰੱਕਸ ਦੀ ਜਿਹੜੀ ਸੇਲ ਆ ਉਹ ਕਾਫੀ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ ਜੀ। ਅਗਲੀ ਜਿਹੜੀ ਅਸੀਂ ਗੱਲ ਕਰਦੇ ਜਾਈਏ, ਐਰੀਜ਼ੋਨਾ ਜਿਹੜੀ ਉੱਥੇ ਇੱਕ ਵਾਟਰ ਡਿਸਟ੍ਰਿਕਟ ਆ, ਉਹਨਾਂ ਨੇ 2556 ਸੋਲਰ ਪੈਨਲ ਜਿਹੜੀ ਇੱਕ ਨਹਿਰ ਹੁੰਦੀ ਆ, ਇਰੀਗੇਸ਼ਨ ਕਨਾਲ ਆ, ਤਕਰੀਬਨ ਹਾਫ ਏ ਮਾਈਲ ਲੰਬੀ, ਉਸ ਉੱਤੇ ਲਾਏ ਹੈਗੇ ਆ। ਸਟੀਲ ਟਰਸਿਸ ਉਹਨਾਂ ਨੇ ਲਾਏ ਆ ਜਿਹੜੇ ਪਾਣੀ ਨਾਲ ਟੱਚ ਨਹੀਂ ਕਰਦੇ, ਬਾਰ-ਬਾਰ ਜਿਹੜੀ ਪਗਡੰਡੀ ਹੁੰਦੀ ਆ ਉਹਦੇ ਤੇ ਉਹਨਾਂ ਨੇ ਲਾ ਕੇ ਜਿਹੜੇ ਟਰਸਿਸ ਆ ਤੇ ਉੱਤੇ ਜਿਹੜੇ ਸੋਲਰ ਪੈਨਲ ਆ ਉਹ ਹੁਣ ਲਾਏ ਹੈਗੇ ਆ। ਕਹਿੰਦੇ ਮੁਲਕ ਦੇ ਵਿੱਚ ਪਹਿਲੇ ਇਹ ਬਣੇ ਨੇ ਜਿਨ੍ਹਾਂ ਨੇ ਇੱਕ ਇਰੀਗੇਸ਼ਨ ਕਨਾਲ ਦੇ ਉੱਤੇ ਇਸ ਤਰੀਕੇ ਦੇ ਨਾਲ ਸੋਲਰ ਪੈਨਲ ਲਾ ਕੇ ਜਿਹੜੀ ਜਨਰੇਸ਼ਨ ਆ, ਬਿਜਲੀ ਦੀ ਜਨਰੇਸ਼ਨ ਜਿਹੜੀ ਉਹ ਹੋਊਗੀ। ਸੋ ਐਰੀਜ਼ੋਨਾ ਨੇ ਕਹਿੰਦੇ ਵੀ ਉਹ ਚੀਜ਼ ਪੁੱਲ ਆਫ ਕੀਤੀ ਆ ਜਿਹੜੀ ਅਜੇ ਤੱਕ ਕਿਸੇ ਵੀ ਅਮਰੀਕਨ ਇਰੀਗੇਸ਼ਨ ਡਿਸਟ੍ਰਿਕਟ ਨੇ ਨਹੀਂ ਕੀਤੀ, ਵੀ ਸੋਲਰ ਪੈਨਲ ਵਰਕਿੰਗ ਕਨਾਲ ਦੇ ਉਤਲੇ ਪਾਸੇ ਜਿਹੜੀ ਉਹ ਲਾਈ ਹੈਗੀ ਆ। 14 ਮਹੀਨਿਆਂ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਨੇ ਇਹ ਕੰਮ ਪੂਰਾ ਜਿਹੜਾ ਉਹ ਕੀਤਾ। ਉਦਾਂ ਕਹਿੰਦੇ ਵੀ ਜੇ ਗਰਾਊਂਡ ਦੇ ਉੱਤੇ ਲਾਉਣੇ ਹੋਣ ਉਹਦੇ ਨਾਲੋਂ ਡਬਲ ਪ੍ਰਾਈਸ ਜਿਹੜਾ ਆਇਆ ਆ ਇਹਨਾਂ ਸੋਲਰ ਪੈਨਲਸ ਨੂੰ ਲਾਉਣ ਦੇ ਲਈ, ਪਰ ਕਹਿੰਦੇ ਵੀ ਇਹਦੇ ਨਾਲ ਜਿਹੜਾ ਪਾਣੀ ਆ ਉਹ ਕੂਲ ਰਹੂਗਾ, ਵੈਪੋਰੇਟ ਘੱਟ ਹੋਊਗਾ ਤੇ ਪਾਣੀ ਦੀ ਵਰਤੋਂ ਜਿਹੜੀ ਉਹ ਬੈਟਰ ਹੋ ਸਕੇਗੀ। ਇਸ ਤੋਂ ਪਹਿਲਾਂ ਜੇ ਦੱਸਿਆ ਜਾਵੇ ਤਾਂ ਭਾਰਤ ਦੇ ਵਿੱਚ ਪਹਿਲੀ ਵਾਰੀ ਇਦਾਂ ਦੀ ਚੀਜ਼ ਜਿਹੜੀ ਉਹ ਹੋਈ ਸੀ ਵੀ ਗੁਜਰਾਤ ਦੇ ਵਿੱਚ ਉੱਥੇ ਦੀਆਂ ਕਨਾਲਸ ਦੇ ਉੱਤੇ ਇਸ ਤਰੀਕੇ ਦੇ ਨਾਲ ਸੋਲਰ ਪੈਨਲ ਲਾਏ ਆ। ਹੁਣ ਤਾਂ ਪੰਜਾਬ ਦੇ ਵੀ ਬਹੁਤ ਸਾਰੇ ਨਹਿਰਾਂ ਦੇ ਉੱਤੇ ਇਦਾਂ ਦੇ ਜਿਹੜੇ ਸੋਲਰ ਪੈਨਲ ਆ ਉਹ ਦੇਖਣ ਨੂੰ ਮਿਲਦੇ ਹੈਗੇ ਆ। ਤੇ ਅਮਰੀਕਾ ਦੇ ਵਿੱਚ ਪਹਿਲੀ ਇਰੀਗੇਸ਼ਨ ਡਿਸਟ੍ਰਿਕਟ ਇਹ ਜਿਹੜੀ ਉਹ ਬਣੀ ਆ ਜਿਨ੍ਹਾਂ ਨੇ ਇਹ ਜਿਹੜੇ ਕਨਸੈਪਟ ਨੂੰ ਅੱਗੇ ਵਧਾਉਂਦੇ ਹੋਏ ਫੀਨਿਕਸ ਦੇ ਤੋਂ ਜਿਹੜਾ 33 ਮੀਲ ਦੂਰ ਉੱਥੇ ਜਿਹੜਾ ਪਾਣੀ ਦੇ ਉੱਤੇ ਕਨਾਲ ਦੇ ਉੱਤੇ ਇਹ ਜਿਹੜੇ ਸੋਲਰ ਪੈਨਲ ਲਾਏ ਹੈਗੇ ਆ। ਕਿੰਨੀ ਕੁ ਬਿਜਲੀ ਇਸ ਦੇ ਨਾਲ ਪ੍ਰੋਡਿਊਸ ਹੋਊਗੀ ਇਹ ਹੁਣ ਜਿਹੜਾ ਦੇਖਣ ਵਾਲੀ ਗੱਲ ਰਹੂਗੀ। US ਆਰਮੀ ਕਾਰਪਸ ਆਫ ਇੰਜੀਨੀਅਰਸ ਦੇ ਨਾਲ ਗੀਲਾ ਰਿਵਰ ਇੰਡੀਅਨ ਕਮਿਊਨਿਟੀ ਉਹਨਾਂ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਸੀ 2023 ਚ ਵੀ 1000 ਫੁੱਟ I-10 ਦੇ ਲੈਵਲ ਟੌਪ ਕਨਾਲ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜੇ ਉਹ ਲਾਏ ਜਾਣ ਤੇ ਇਵੈਂਚੁਅਲੀ ਕਹਿੰਦੇ ਵੀ 1000 ਕਿਲੋਵਾਟ ਦੀ ਜਿਹੜੀ એનર્ਜੀ ਪ੍ਰੋਡਕਸ਼ਨ ਆ ਉਹ ਕਨਾਲਸ ਦੇ ਉੱਤੇ, ਨਹਿਰਾਂ ਦੇ ਉੱਤੇ, ਕੱਸੀਆਂ ਦੇ ਉੱਤੇ ਜਿਹੜੇ ਇਹ ਸੋਲਰ ਪੈਨਲਸ ਲਾ ਕੇ ਜਨਰੇਟ ਕੀਤੀ ਜਾ ਸਕਦੀ ਆ। ਸੋ ਦੋਹਰੇ ਫਾਇਦੇ ਹੋਣਗੇ, ਇੱਕ ਤਾਂ ਬਿਜਲੀ ਪ੍ਰੋਡਿਊਸ ਹੋਊਗੀ ਤੇ ਪਾਣੀ ਘੱਟ ਇਵੈਪੋਰੇਟ ਹੋਊਗਾ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ US ਸੈਨੇਟ ਨੇ ਜਿਹੜਾ ਇੱਕ ਰਸ਼ੀਅਨ ਸੈਂਕਸ਼ਨਸ ਵਾਲਾ ਬਿੱਲ ਆ ਉਹ ਪਿਛਲੇ ਸ਼ੁੱਕਰਵਾਰ ਨੂੰ ਪਾਸ ਕਰ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 100% ਟੈਰਿਫ ਲੱਗੂਗਾ ਉਸ ਮੁਲਕ ਦੇ ਉੱਤੇ ਜੋ ਰਸ਼ੀਆ ਦਾ ਤੇਲ ਖਰੀਦੂਗਾ। ਸੋ ਰਸ਼ੀਆ ਤੋਂ ਤੇਲ ਖਰੀਦਣ ਵਾਲੇ ਸਭ ਤੋਂ ਵੱਡੇ ਕੌਣ ਆ? ਉਹ ਇੰਡੀਅਨ ਹੈਗੇ ਆ। ਸੋ ਇੰਡੀਆ ਦੇ ਉੱਤੇ 100% ਟੈਰਿਫ ਜਿਹੜਾ ਆ ਆਟੋਮੈਟਿਕਲੀ ਲੱਗ ਸਕਦਾ ਹੈਗਾ। ਸੈਨੇਟ ਨੇ HR 5334 86 ਹੱਕ 'ਚ ਸੀ, 11 ਅਗੇਂਸਟ ਸੀ। ਇਹ ਬਿੱਲ ਅਗਸਤ 7 ਨੂੰ ਪਾਸ ਕਰ ਦਿੱਤਾ। ਜਿਹੜਾ US ਦੇ ਸਾਬਕਾ ਜੋ ਸੈਨੇਟਰ ਸੀਗੇ ਉਹਨਾਂ ਦੀ ਯਾਦ ਦੇ ਲਿੰਡਸੇ ਗ੍ਰਾਹਮ ਉਹਨਾਂ ਦੀ ਯਾਦ ਦੇ ਵਿੱਚ US ਦੇ ਸੈਨੇਟਰ ਜੌਨ ਕੌਰਨੀ ਤੇ ਟੈਡ ਕਰੂਜ਼ ਨੇ ਜਿਹੜਾ ਇਹ ਬਿੱਲ ਦੇ ਹੱਕ ਦੇ ਵਿੱਚ ਵੋਟ ਜਿਹੜੀ ਪਾਈ ਸੀਗੀ। ਸੋ ਟੈਰਿਫ ਤੋਂ ਬਿਨਾਂ ਜਿਹੜੇ ਰਸ਼ੀਅਨ ਦੇ ਆਫੀਸ਼ੀਅਲਸ ਆ ਉਹਨਾਂ ਦੇ ਜਿਹੜੇ ਕਨੈਕਸ਼ਨ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਨਾਲ, ਕੋਈ ਵੈਸਲਸ ਹੈਗੇ ਉਹਨਾਂ ਦੇ ਉੱਤੇ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਹੈਗੀਆਂ ਆ। ਸੋ ਇਹ ਕਾਫੀ ਵੱਡਾ ਜਿਹੜਾ ਅਸਰ ਹੋਊਗਾ ਤੇ ਹੁਣ ਦੇਖਦੇ ਆ ਵੀ ਇੰਡੀਆ ਦੇ ਉੱਤੇ ਲੱਗਦਾ ਕਿ ਨਹੀਂ ਲੱਗਦਾ। ਆਲਰੇਡੀ 10% ਟੈਰਿਫ ਤਾਂ ਇਨਫੋਰਸ ਹੈਗਾ ਇੰਡੀਆ ਦੇ ਉੱਤੇ। ਜਿਹੜਾ ਸੈਕਸ਼ਨ 301 ਟੈਰਿਫ ਜੋ
ਪ੍ਰੋਡਕਟਸ ਦੇ ਅੰਡਰ ਹੈਗਾ, ਤੇ ਜੇ 100% ਲੱਗਦਾ ਤੇ ਇਹਦਾ ਵੱਡਾ ਅਸਰ ਜਿਹੜਾ ਇਸ ਟਾਈਮ ਪਊਗਾ। ਪਰ ਇੰਡੀਆ ਵਾਲੇ ਜਿਹੜੇ ਆ ਡੀਲ ਬਣਾਉਣ ਲੱਗੇ ਹੋ ਹੈਗੇ ਆ। ਅਮਾਨੀਆਂ ਅਡਾਨੀਆਂ ਵਾਲਾ ਕੇਸ ਤਾਂ ਉਹਨਾਂ ਨੇ ਵਿਦਡਰਾ ਕਰਾ ਲਿਆ, ਉਹ ਡਿਸਮਿਸ ਕਰਾ ਲਿਆ ਹੈਗਾ, ਤੇ ਬਾਕੀ ਦੇਖਦੇ ਹੁਣ ਫਿਰ ਕੀ ਬਣਦਾ। ਜੀ ਬਿਲਕੁਲ। ਇਨਫੈਕਟ ਜਿਹੜੇ ਨਵਾਰੋ ਹੁਣੀ ਆ, ਜਿਹੜੇ ਸਾਬਕਾ ਕਮਰਸ ਦੇ ਨਾਲ ਤੇ ਟ੍ਰੇਡ ਵਾਲੇ ਜਿਹੜੇ ਟਰੰਪ ਪ੍ਰਸ਼ਾਸਨ ਦੇ ਵਿੱਚ ਰਹੇ ਆ, ਉਹਨਾਂ ਨੇ ਵੀ ਜਸਟੀਫਾਈ ਕੀਤਾ ਸੀਗਾ ਵੀ ਹਾਂ ਭਾਰਤ ਦੇ ਉੱਤੇ ਜਿਹੜਾ ਇਹ 100% ਟੈਰਿਫ ਲੱਗ ਰਿਹਾ ਬਿਲਕੁਲ ਜਾਇਜ਼ ਜਿਹੜੀ ਉਹ ਗੱਲ ਹੈਗੀ ਆ। ਸੋ ਦੇਖਦੇ ਆ ਕੀ ਜਿਹੜਾ ਉਹ ਬਣਦਾ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਜਿਹੜਾ ਹਰਜੋਤ ਸਿੰਘ ਜੀ, ਕਿਉਂਕਿ ਚੀਨ ਦੇ ਉੱਤੇ ਜੇ ਟੈਰਿਫ ਲਾਉਂਦੇ ਆ ਤਾਂ ਅਸਰ ਤਾਂ ਸਮਾਨ ਦੇ ਉੱਤੇ ਪੈਣਾ ਆ। ਆਲਰੇਡੀ ਟੈਰਿਫਾਂ ਦੇ ਕਰਕੇ ਲੋਕਾਂ ਨੇ ਉਹ ਬਥੇਰਾ ਝੱਬ ਹੋਇਆ। ਤੁਸੀਂ ਦੇਖੋ ਵੀ ਮਾਤ ਦੇਖੋ ਕੰਜ਼ਿਊਮਰ ਨੂੰ ਕਿੱਦਾਂ ਪਈ ਆ। ਟੈਰਿਫ ਲਾਏ, ਉਹਦਾ ਸਾਰਾ ਭਾਰ ਕੰਜ਼ਿਊਮਰ ਨੇ ਝੱਲਿਆ। ਉਹ ਜਿਹੜੇ ਟੈਰਿਫ ਆ ਗੈਰ ਕਾਨੂੰਨੀ ਐਲਾਨੇ ਗਏ। ਉਹ ਜਿਹੜਾ ਐਕਸਟਰਾ ਟੈਰਿਫ ਦਿੱਤਾ ਸੀ, ਕੰਪਨੀਆਂ ਸਾਰੀਆਂ ਜਿਹੜੀਆਂ ਉਹ ਹੜੱਪ ਕਰ ਗਈਆਂ, ਵਾਪਸ ਉਹਨਾਂ ਨੂੰ ਹੁਣ ਮਿਲਣਾ ਸ਼ੁਰੂ ਹੋ ਗਿਆ, ਤੇ ਕੰਜ਼ਿਊਮਰ ਫਿਰ ਉੱਥੇ ਦਾ ਉੱਥੇ ਵੀ ਉਹਨੇ ਮਨੀ ਵੀ ਜਿਹੜੀ ਉਹ ਜ਼ਿਆਦਾ ਦੇ ਦਿੱਤੀ। ਉਹ ਪੈਸੇ ਕੰਪਨੀਆਂ ਵਾਲੇ, ਉਹ ਕੰਪਨੀਆਂ ਨੇ ਦੋਹਰਾ ਮੁਨਾਫਾ ਕਮਾ ਲਿਆ ਹੁਣ ਇੱਕ ਹਿਸਾਬ ਦੇ ਨਾਲ। ਪਹਿਲੋਂ ਜ਼ਿਆਦਾ ਪੈਸੇ ਜਿਹੜੇ ਆ ਕੰਜ਼ਿਊਮਰ ਤੋਂ ਖਿੱਚੇ, ਉਹ ਪ੍ਰਾਈਸ ਜਿਹੜੇ ਉਹ ਵਧਾ ਕੇ, ਤੇ ਹੁਣ ਜਿਹੜਾ ਪ੍ਰਾਈਸ ਜਿਹਦੇ ਕਰਕੇ ਵਧਾਇਆ ਸੀ ਉਹ ਪੈਸੇ ਉਹਨਾਂ ਨੂੰ ਵਾਪਸ ਮਿਲ ਗਏ ਆ, ਤੇ ਇਹਨਾਂ ਨੇ ਮੋੜਨਾ ਕੱਖ ਵੀ ਨਹੀਂ ਆ। ਸੋ ਲੋਕ ਫਿਰ ਛਿੱਤਰ ਖਾਣ ਜੋਗੇ ਜਿਹੜੇ ਆ ਉਹ ਰਹਿ ਗਏ ਆ। ਕੰਪਨੀਆਂ ਜਿਹੜੀਆਂ ਇਸ ਦੇ ਵਿੱਚ ਡਬਲ ਪ੍ਰੋਫਿਟ ਦੇ ਵਿੱਚ ਜਿਹੜੀਆਂ ਉਹ ਚਲੇ ਗਈਆਂ। ਹੁਣ ਤਾਂ ਇਹ ਨਹੀਂ ਸਮਝ ਆਉਂਦਾ ਵੀ ਜਿਸ ਤਰੀਕੇ ਨਾਲ ਟਰੰਪ ਹੁਣੀ ਮਾਰਕੀਟ ਨੂੰ ਮੈਨੂਪੂਲੇਟ ਕਰਦੇ ਆ, ਸ਼ੁੱਕਰਵਾਰ ਜੰਗ ਬੰਦ ਕਰਾ ਕੇ ਤੇ ਸੋਮਵਾਰ ਨੂੰ ਦੁਬਾਰਾ ਚਾਲੂ ਕਰਾ ਲੈਂਦੇ ਆ। ਬਿਆਨਾਂ ਦੇ ਵਿੱਚ 47 ਕਰੀ ਤਾਂ ਲੜਾਈ ਜਿਹੜੀ ਇਹਨਾਂ ਨੇ ਖਤਮ ਕਰ ਦਿੱਤੀ ਆ। ਤੇ ਜਿਸ ਤਰੀਕੇ ਦੇ ਨਾਲ ਮਾਰਕੀਟ ਮੈਨੂਪੂਲੇਸ਼ਨ ਆ, ਕਿਤੇ ਟੈਰਿਫ ਦੇ ਜ਼ਰੀਏ ਇਹੀ ਤਾਂ ਨਹੀਂ ਸੀ ਪਹਿਲਾਂ ਹੀ ਇਹਨਾਂ ਨੂੰ ਆਸ ਉਮੀਦ ਵੀ ਆਪਾਂ ਟੈਰਿਫ ਲਾ ਦਿੰਨੇ ਆ, ਲੋਕਾਂ ਕੋਲ ਵੱਧ ਪੈਸੇ ਖਿੱਚ ਲੈਂਦੇ ਆ, ਬਾਅਦ ਤੁਹਾਨੂੰ ਅਸੀਂ ਮੋੜ ਦਾਂਗੇ। ਵੀ ਕੰਪਨੀਆਂ ਦੇ ਨਾਲ ਮਿਲੀ ਭੁਗਤ ਜਿਹੜੀ ਉਹ ਉਹਨਾਂ ਨੇ ਕੀਤੀ ਹੋਵੇ, ਕੋਈ ਵੱਡੀ ਗੱਲ ਨਹੀਂ। ਜਿਸ ਤਰੀਕੇ ਦੀਆਂ ਕਰਪਸ਼ਨ ਇਸ ਟਾਈਮ ਚੀਜ਼ਾਂ ਜਿਹੜੀਆਂ ਆ ਟੌਪ ਦੇ ਉੱਤੇ ਵਾਈਟ ਹਾਊਸ ਦੇ ਥਰੂ ਚੱਲ ਰਹੀਆਂ ਆ, ਇਹ ਵੀ ਕੋਈ ਅਤਕਥਨੀ ਜਿਹੜੀ ਉਹ ਨਹੀਂ ਹੋਊਗੀ। ਤੇ ਜਾਂਦੇ ਜਾਂਦੇ ਆਪਾਂ ਰਾਜਕਰਵੀਰ ਸਿੰਘ ਜੀ ਦੱਸੀਏ, ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਅੱਗਾਂ ਲੱਗੀਆਂ ਹੋਈਆਂ ਸੀਆਂ। ਸੋ ਕਈ ਟਾਊਨ ਉੱਥੇ ਖਾਲੀ ਵੀ ਕਰਾਏ ਗਏ ਹੈਗੇ ਆ। ਪੈਨਟਿੰਗਟਨ ਸਿੱਖ ਟੈਂਪਲ ਆ, ਉਹ ਉੱਥੇ ਬਾਕੀ ਜਿਹੜੇ ਗੁਰੂ ਘਰ ਆ ਸਰੀ ਦੇ ਵਿੱਚ, ਉੱਥੋਂ ਬਹੁਤ ਸਾਰਾ ਜਿਹੜਾ ਸਮਾਨ ਆ ਇਕੱਠਾ ਕਰਕੇ ਲਿਜਾਇਆ ਜਾ ਰਿਹਾ ਹੈ। 15,000 ਲੋਕ ਡਿਸਪਲੇਸ ਹੋਏ ਸੀ। ਸੋ ਉਹਦੇ ਕਰਕੇ ਫੂਡ ਤੇ ਰਹਿਣ ਲਈ ਜਗ੍ਹਾ, ਵੱਖ-ਵੱਖ ਗੁਰੂ ਘਰ, ਦਸ਼ਮੇਸ਼ ਦਰਬਾਰ ਜਿੱਦਾਂ ਗੁਰੂ ਘਰ, ਉਹਨਾਂ ਨੇ $10,000 ਡੋਨੇਟ ਕੀਤਾ। ਸੋ ਬਹੁਤ ਜ਼ੋਰ ਸ਼ੋਰ ਦੇ ਨਾਲ ਜਿਹੜੇ ਸਿੱਖ ਆ ਉੱਥੇ ਸੇਵਾ ਕਰਨ ਦੇ ਵਿੱਚ ਲੱਗੇ ਹੋਆ, ਜਿਹੜੇ ਲੋਕ ਅੱਗਾਂ ਦੇ ਨਾਲ ਪ੍ਰਭਾਵਿਤ ਹੋਏ ਸੀ ਜੀ। ਤੇ ਇੱਥੇ ਵੀ ਕੈਲੀਫੋਰਨੀਆ, ਨਵਾਡਾ, ਹੋਰ ਵੀ ਕਈ ਥਾਵਾਂ ਦੇ ਉੱਤੇ ਲੱਗੀਆਂ ਆ। ਸਿੱਖ ਇੱਥੇ ਵੀ ਜਾਗਣ, ਇੱਥੇ ਵੀ ਦੇਖਣ ਵੀ ਆਪਣੇ ਜਿਹੜੇ ਅਮਰੀਕੀ ਭੈਣ ਭਾਈ ਹੈਗੇ ਆ, ਉਹਨਾਂ ਦੀ ਮਦਦ ਦੇ ਲਈ ਜਿਹੜਾ ਉਹ ਅੱਗੇ ਜ਼ਰੂਰ ਜਿਹੜਾ ਉਹ ਆਉਣ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਆ ਜੀ, ਮੇਰੇ ਰਾਜਕਰਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।